वाहिगुरु जी का खालसा वाहिगुरु जी की फतेह। सतगुरां दी सुहावनी गुरत विच दूरों नेड़ों चल करके दिन के पिछले पैर के दीवाना विच आप जी को बैठे हो। भागा भरिया दिहाड़ा हाड़ दे महीने की संग्राम का दिन है। सतगुरु जी कृपा कर समुची मानवता वास्ते चढ़िया महीना सुखा भरिया होवे। आओ सब तो पहला इस स्थान की मर्यादा के अनुसार गुर इतिहास जी की पावन कथा फिर शब्द विचार सतगुरां दे पावन इतिहास विचों आप जी बड़े कीमती अंश सरवण करते आ रहे हो। भाई मरदाना जी की बेनती सुन के गुरु नानक साहब सच्चे पातशाह जी घर आ गए। बेबे जी के मन की भावना से गुरु साहब घर आके भोजन कर सतगुरां नूं दरवाजे ते वेख तुलसा दासी ने रौला पा दिता। बेबे जी पौड़ियां तो दौड़ के आए ने, खुशी का कोई ठिकाना नहीं। गुरु नानक साहब सच्चे पातशाह जी के पावन चरणों ते अपना शीस रख दिता। सतगुर एकदम पीछे होए, चरणों के शीस रखन ना दिता। दोनों हाथ करके सतगुरां ने भैन जी के सिर को पहुंच लिया, रोक लिया। नाराज होके आखन लगे, भैन जी असीं इसे करके घर आउणा छड्डिया, अज तो बाद तुहाडे वेड़े नहीं आवांगे। एक तुसीं उमर विच वड्डे हो, रुतबे विच वड्डे हो, इस मिट्टी दे शरीर नूं मत्था टेक तुसीं सानूं शर्मिंदा करदे हो। वक्ती तौर ते बेबे नानकी जी ने रंग पछाणी है, गुरु पातशाह तो माफी मंगी है। आखन लगे सतगुरु जी अपना ना चितारे हो, करो कृपा अंदर आओ। गुरु साहब कहते मरदाने आ जेड़े 20 रुपए बेबे जी को लेके गया सी वापस दे। इन्हां सारे प्रकरणां नूं आप जी ने बड़े विस्तार सहित सरवण कीता। आओ कुछ समां मन चित व्यक्तियां नूं एकाग्र चित बनाइए, सुरत करके ध्यान करके वृद्धि करके चलिए सुल्तानपुर लोधी गुरुद्वारा बेबे नानकी जी का घर। पाओ प्रेम दी सांझ, आसीस बख्शो, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। मर्दाना अब बेबे जी के
ਦੇਹੋ ਕਾਰਖਿਕ ਜੋ। ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬੇਅੰਤ ਪਿਆਰੇ ਚੋਜ ਵਰਤਾ ਰਹੇ ਨੇ। ਭਾਈ ਮਰਦਾਨਾ ਜੀ 20 ਰੁਪਏ ਲੈ ਕੇ ਗਏ ਸੀ ਜੀਵ ਖਰਚਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਭੈਣ ਜੀਆਂ ਦੇ 20 ਰੁਪਏ ਵਾਪਸ ਕਰ। ਪਹਿਲਾਂ ਤੇ ਝੜਕਿਆ ਸੀ ਲਏ ਕਿਉਂ ਨਹੀਂ। ਜਿਸ ਵੇਲੇ ਮਰਦਾਨਾ ਜੀ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਸਤ ਬਚਨ ਕਹਿ ਕੇ ਆਪਣੀ ਕੋਟਲੀ ਗੰਢ ਖੋਲੀ ਕਰ ਲਈ। ਰੁਪਈਏ 20 ਕੱਢੇ ਆ। ਉਹਨਾਂ ਸਮਿਆਂ 'ਚ ਰੁਪਈਏ ਸ਼ਬਦ ਨਹੀਂ ਸੀ ਹੁੰਦਾ, ਇਹ ਕਰੰਸੀ ਦਾ ਵਾਚਕ ਹੈ। ਉਦੋਂ ਸ਼ਬਦ ਚੱਲਦਾ ਸੀ ਰਜਤਪਣ ਤੇ ਕਾਰਖਿਕ। ਉਹਨਾਂ ਵੇਲਿਆਂ ਦੀ ਕਰੰਸੀ ਸੀ। ਚਲੋ ਅੱਜ ਦੇ ਅੰਦਾਜ਼ੇ ਨੂੰ ਸਮਝ ਲਓ 20 ਰੁਪਏ। ਭਾਈ ਮਰਦਾਨਾ ਜੀ ਨੇ 20 ਰੁਪਏ ਆਪਣੇ ਪੱਲੇ ਨਾਲੋਂ ਖੋਲੇ ਆ, ਦੋਨੋਂ ਹੱਥ ਜੋੜ ਭੈਣ ਜੀ ਦੇ ਸਨਮੁਖ ਕੀਤੇ ਨੇ। ਭਨਤ ਨਾਨਕੀ ਜਾਚੇ ਨਾਹੀ, ਦੀਨ ਆਪ ਹੀ ਸੋ। ਅੰਤਰਜਾਮੀ ਬੇਬੇ ਨਾਨਕੀ ਜੀ ਸਾਰੀ ਦਸ਼ਾ ਸਮਝ ਗਏ। ਗੁਰੂ ਪਾਤਸ਼ਾਹ ਨੇ ਇਹ ਬਚਨ ਕਿਉਂ ਆਖਿਆ? ਕਹਿਣ ਲੱਗੇ ਗਰੀਬ ਨਵਾਜ਼, ਇਹ ਮਾਇਆ ਇਹ ਪੈਸੇ ਭਾਈ ਮਰਦਾਨਾ ਜੀ ਨੇ ਸਾਡੇ ਤੋਂ ਮੰਗੇ ਨਹੀਂ। ਇਹ ਤੇ ਜੈ ਰਾਮ ਜੀਆਂ ਨੇ ਖੁਸ਼ ਹੋ ਕੇ ਇਹਨਾਂ ਨੂੰ ਆਪਣੀ ਤਰਫ ਤੋਂ ਦਿੱਤੇ ਆ। ਭਾਈ ਮਰਦਾਨਾ ਜੀ ਨੇ ਕੋਈ ਮੰਗ ਨਹੀਂ ਪਾਈ, ਕੋਈ ਸਵਾਲ ਨਹੀਂ ਕੀਤਾ ਕਿ ਜੇ ਮੈਨੂੰ ਪੈਸੇ ਦਓਗੇ ਮੈਂ ਸਤਿਗੁਰਾਂ ਦੇ ਕੋਲ ਤਾਂ ਰਹਿਣਾ। ਬੇਬੇ ਨਾਨਕੀ ਜੀ ਆਖਣ ਲੱਗੇ ਗਰੀਬ ਨਵਾਜ਼, ਇਹ ਮਾਇਆ ਅਸੀਂ ਹੁਣ ਵਾਪਸ ਲੈਣੀ ਨਹੀਂ। ਭਗਤ ਨੇ ਹਰ ਕੀ ਬਹੁ ਪਿਆਰੀ, ਕਹਿਓ ਵੱਡੇ ਕੋ ਸੁਨ ਹੈ। ਗੁਰੂ ਨਾਨਕ ਸਾਹਿਬ ਜੀਆਂ ਨੇ ਬੜੇ ਪ੍ਰੇਮ ਦੇ ਬਚਨਾਂ ਨੂੰ ਸੁਣ ਕੇ ਹੱਥ ਜੋੜ ਕੇ ਆਖਿਆ, ਭੈਣੇ ਮੇਰੀਏ ਤੂੰ ਉਸ ਕਰਤੇ ਕਰਤਾਰ ਦੀ ਭਗਤਣੀ ਹੈ। ਉਮਰ ਵਿੱਚ ਤੁਸੀਂ ਸਾਡੇ ਤੋਂ ਵੱਡੇ ਹੋ, ਵਡੇਰੇ ਹੋ। ਅਸੀਂ ਸਦਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਸਦਾ ਤੁਹਾਡੇ ਹੁਕਮ ਵਿੱਚ ਰਹਿਣ ਵਾਲੇ। ਪਰ ਇਹਦਾ ਮਤਲਬ ਇਹ ਨਹੀਂ ਜੇ ਅਸੀਂ ਤੁਹਾਡੀ ਸੇਵਾ ਵਿੱਚ ਰਹਿਣ ਵਾਲੇ ਹਾਂ ਤੇ ਤੁਸੀਂ ਸਾਡੇ ਤੇ ਇੰਨੇ ਅਹਿਸਾਨ ਕਰੋਗੇ। ਇਹ ਮਾਇਆ ਵਾਪਸ ਲੈ ਲਓ। ਅਸੀਂ ਹਮੇਸ਼ਾ ਤੁਹਾਡਾ ਅਦਬ ਕਰਦੇ ਹਾਂ, ਸਦਾ ਹੀ ਕਰਦੇ ਰਹਿਣਾ ਏ। ਐ ਸੌਂਪੋ ਹਮ ਢਿਗ ਕਰ ਤਾਰਾ, ਭਲੀ ਬਾਤ ਸਭ ਬਨ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖੇ ਨੇ, ਬੇਬੇ ਨਾਨਕੀ ਜੀ ਨੇ ਇਨਕਾਰ ਕੀਤਾ, ਸਤਿਗੁਰੂ ਜੀ ਅਸੀਂ ਇਹ ਮਾਇਆ ਵਾਪਸ ਨਹੀਂ ਲੈਣੀ। ਫਿਰ ਗੁਰੂ ਸਾਹਿਬ ਕਹਿੰਦੇ ਮਾਓ ਹੈ ਤੁਹਾਡੀ। ਫਿਰ ਸਤਿਗੁਰਾਂ ਨੇ ਇੱਕ ਮੰਗ ਮੰਗੀ, ਕਹਿੰਦੇ ਭੈਣੇ ਸਾਰੀ ਜ਼ਿੰਦਗੀ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਤੇ ਅੱਜ ਮੈਂ ਮੰਗਣ ਲੱਗੇ। ਮਨਾ ਨਾ ਕਰਿਓ, ਨਾ ਕਰਿਓ। ਜਦੋਂ ਇਹ ਬਚਨ ਆਖਿਆ ਨਾ, ਬੇਬੇ ਨਾਨਕੀ ਜੀ ਨੇ ਸੁਭਾਵ ਕੀ ਕਹਿਤਾ, ਸਤਿਗੁਰੂ ਜੀ ਅਸੀਂ ਦੇਣ ਵਾਲੇ ਕੀ ਆ, ਸਭ ਕੁਝ ਹੀ ਤੁਹਾਡਾ ਏ। ਇੱਕ ਵਾਰ ਹੁਕਮ ਕਰਕੇ ਤੇ ਵੇਖੋ। ਸਤਿਗੁਰ ਪਤਾ ਕੀ ਕਹਿੰਦੇ ਆ? ਕਹਿੰਦੇ ਬੇਬੇ ਜੀ ਅੱਜ ਆਪਣੀ ਰਸਨਾ ਤੋਂ ਇਹ ਬਚਨ ਕਹਿ ਦਿਓ, ਨਾਨਕ ਜੀ ਅੱਜ ਤੋਂ ਅਸੀਂ ਤੁਹਾਨੂੰ ਰੱਬ ਨੂੰ ਸੌਂਪ ਦਿੱਤਾ। ਆਖੋ ਸਤਿਨਾਮ, ਮੈਂ ਆਪਣਾ ਵੀ ਰੱਬ ਨੂੰ ਦਿੰਦਾ। ਇਹ ਬਚਨ ਸੁਣ ਕੇ ਬੇਬੇ ਨਾਨਕੀ ਭਾਵੁਕ ਹੋ ਗਏ। ਕੀ ਕਹਾ ਰਹੇ ਨੇ ਗੁਰੂ ਸਾਹਿਬ? ਸਹਿਜ ਸੁਭਾਅ ਸਤਿਗੁਰਾਂ ਨੇ ਬਚਨ ਆਖੇ ਨੇ। ਭਨਤ ਨਾਨਕੀ ਜਾਣਤ ਹੋਗੇ, ਇਹ ਮੁਝ ਭਰਤ ਜਾਣੇ। ਬੇਬੇ ਨਾਨਕੀ ਜੀ ਆਖਣ ਲੱਗੇ, ਸਤਿਗੁਰੂ ਮਤ ਜਾਣਿਓ ਕਿਤੇ ਮੈਂ ਤੁਹਾਨੂੰ ਭਰਾ ਸਮਝਿਆ, ਇਹ ਵੀ ਤੁਹਾਡਾ ਚੋਰ ਹੈ। ਵੇਖੋ ਕਿੱਡੀ ਵੱਡੀ ਖੇਡ ਖੇਡ ਗਏ। ਸਤਿਗੁਰ ਕਹਿੰਦੇ ਇਹ ਕਹਿ ਦਿਓ ਵੀ ਮੈਂ ਆਪਣਾ ਵੀ ਰੱਬ ਨੂੰ ਸੌਂਪਿਆ। ਤੇ ਅੰਤਰਜਾਮੀ ਬੇਬੇ ਜੀ ਕਹਿੰਦੇ ਸਤਿਗੁਰੂ ਰੱਬ ਨੂੰ ਸੌਂਪਿਆ ਨਹੀਂ, ਮੇਰਾ ਵੀਰ ਹੀ ਰੱਬ ਹੈ। ਆਖੋ ਸਤਿਨਾਮ। ਦੋਨਾਂ ਗੱਲਾਂ 'ਚ ਹੀ ਫਰਕ ਹੈ। ਤੂੰ ਰੱਬ ਵਰਗਾ ਹੈ ਜਾਂ ਤੂੰ ਰੱਬ ਹੈ। ਸਤਿਗੁਰ ਦੇ ਕਹਿੰਦੇ ਸੀ ਅਸੀਂ ਸੇਵਕਾਂ ਪਰਮਾਤਮਾ ਦੇ। ਕਹਿ ਦਿਓ ਆਪਣੀ ਰਸਨਾ ਤੋਂ, ਵੀਰੇ ਤੈਨੂੰ ਮੈਂ ਰੱਬ ਨੂੰ ਦੇਤਾ, ਤੂੰ ਰੱਬ ਦਾ ਪਿਆਰਾ ਹੈ। ਪਰ ਭੈਣ ਜੀ ਕਹਿੰਦੇ ਸਤਿਗੁਰੂ ਮੈਂ ਤੇ ਭਰਾ ਤੁਹਾਨੂੰ ਮੰਨਿਆ ਹੀ ਨਹੀਂ, ਸਦਾ ਹੀ ਤੁਹਾਨੂੰ ਰੱਬ ਦੀ ਨਜ਼ਰ ਨਾਲ ਵੇਖਿਆ ਏ। ਪਰਮ ਰੂਪ ਪਰਮੇਸ਼ਰ ਬਪ ਤੁਮ, ਪੂਰਨ ਪੁਰਖ ਪੁਰਾਨੇ। ਤੁਸੀਂ ਆਪ ਪਰਿਪੂਰਨ ਪਰਮਾਤਮਾ ਹੋ। ਆ ਸਰੀਰ ਵੀ ਤੁਸੀਂ ਇੱਕ ਖੇਡ ਬਣਾ ਕੇ ਧਾਰਨ ਕੀਤਾ ਹੋਇਆ ਸੰਸਾਰ ਵਿੱਚ।
ਸ੍ਰਿਸ਼ਟੀ ਰਚਣ ਵਾਲੇ ਤੁਸੀਂ ਹੋ, ਸ੍ਰਿਸ਼ਟੀ ਨੂੰ ਵਿਨਾਸ਼ ਕਰਨ ਵਾਲੇ ਤੁਸੀਂ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕੌਣ ਹੈ ਜਿਹੜਾ ਤੁਹਾਨੂੰ ਨਹੀਂ ਜਾਣਦਾ? ਖੰਡਾਂ ਬ੍ਰਹਿਮੰਡਾਂ ਦੀ ਦੁਨੀਆ ਤੁਹਾਨੂੰ ਜਾਣਦੀ ਹੈ। ਤੁਹਾਡੇ ਇੱਕ ਇੱਕ ਕੇਸ ਵਿੱਚ, ਇੱਕ ਇੱਕ ਰੋਮ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਹਨ। ਆਖੋ ਸਤਿਨਾਮ। ਤੁਸੀਂ ਇੰਨੇ ਵੱਡੇ ਹੋ, ਅਸੀਂ ਕੌਣ ਹਾਂ ਤੁਹਾਨੂੰ ਸੌਂਪਣ ਵਾਲੇ? ਬਾਰੰਬਾਰ ਕਹੋ ਨਾ ਮੋਤੇ, ਸੁਸਾਕਾਰ ਫਿਕਰ ਲੀਜੈ। ਗੁਰੂ ਸਾਹਿਬ ਨੇ ਫਿਰ ਇਸ ਬਚਨ ਨੂੰ ਡਾਇਵਰਟ ਕੀਤਾ। ਬੜੇ ਧਿਆਨ ਨਾਲ ਦੇਖੋ ਗੱਲ ਕੀ ਚੱਲਦੀ ਸੀ। ਭਾਈ ਮਰਦਾਨਾ ਜੀ ਦੇ ਪੈਸੇ ਲੈ ਲਓ, ਤੁਸੀਂ ਦਿੱਤੇ ਆ। ਫਿਰ ਉਹਨਾਂ ਵਿੱਚ ਵਿਚਾਲੇ ਚੱਲਦੀ ਗੱਲ 'ਚ ਇੱਕ ਗੱਲ ਕਹਾ ਲਈ, ਭੈਣ ਜੀ ਇਹ ਕਹਿ ਦਿਓ ਵੀ ਮੈਂ ਆਪਣਾ ਵੀ ਰੱਬ ਨੂੰ ਸੌਂਪਦਾ। ਇਹ ਬਹੁਤ ਵੱਡੀ ਖੇਡ ਹੈ, ਇਤਿਹਾਸ ਦਾ ਬਹੁਤ ਵੱਡਾ ਮੋੜ ਹੈ ਇਹ ਬਚਨ ਸਤਿਗੁਰ। ਜਦੋਂ ਭੈਣ ਜੀ ਉਸ ਬਾਰੇ ਸੋਚ ਰਹੇ ਸੀ ਤੇ ਸਤਿਗੁਰਾਂ ਫਿਰ ਕਹਿਤਾ, ਭੈਣ ਜੀ ਵਾਰ-ਵਾਰ ਨਾ ਕਹਾਓ, ਭਾਈ ਮਰਦਾਨਾ ਜੀ ਤੋਂ ਮਾਇਆ ਵਾਪਸ ਲਓ। ਇਹ ਮਾਇਆ ਸਾਡੇ ਲਈ ਬੜਾ ਵੱਡਾ ਭਾਰ ਹੈ, ਦਰਗਾਹ ਤੱਕ ਲੇਖਾ ਹੋਣਾ ਨਹੀਂ। ਮਰਦਾਨਾ ਨਿਜ ਬੰਸ ਮਰਾਸੀ, ਪੁਨਿ ਆਵੇ ਤਵ ਦੀਜੈ। ਅੱਜ ਇਹ ਮਾਇਆ ਵਾਪਸ ਲੈ ਲਓ। ਫੇਰ ਜਦੋਂ ਭਾਈ ਮਰਦਾਨਾ ਜੀ ਵਾਪਸ ਆਉਣਗੇ, ਸਾਡੀ ਵੰਸ਼ ਦੇ ਮਰਾਸੀ ਨੇ, ਇਹਨਾਂ ਨੂੰ ਰੋਜੀ ਰੋਟੀ ਦੇਣੀ, ਇਹਨਾਂ ਨੂੰ ਪਦਾਰਥ ਦੇਣੇ, ਮਾਣ ਸਤਿਕਾਰ ਕਰਨਾ, ਭੈਣ ਜੀ ਇਹ ਸਾਡੀ ਕੁੱਲ ਦਾ ਫਰਜ਼ ਹੈ। ਜਿੱਦਣ ਭਾਈ ਮਰਦਾਨਾ ਜੀ ਵਾਪਸ ਆਉਣਗੇ, ਮਾਇਆ ਉਸ ਦਿਨ ਦੇ ਦਿਓ। ਵੇਖੋ ਬਚਨ ਕਿੱਡੇ ਗਹਿਰੇ ਆ। ਜਿਸ ਦਿਨ ਆਉਣਗੇ ਮਤਲਬ ਕਿਤੇ ਦੂਰ ਚੱਲੇ ਨੇ। ਆਖੋ ਸਤਿਨਾਮ। ਬਚਨਾ ਵਿੱਚ ਹੀ ਸਮਝਾ ਰਹੇ। ਆ ਜਿਹੜਾ ਬਚਨ ਗਿਆ ਨਾ ਭੈਣ ਜੀ ਸਾਨੂੰ ਰੱਬ ਨੂੰ ਸੌਂਪ ਦਿਓ, ਇਹ ਬਹੁਤ ਕਹਿਣਾ ਹੈ। ਇਸ ਬਚਨ ਦਾ ਖਮਿਆਜਾ ਭੁਗਤਣਾ ਪੈਂਦਾ। ਬੇਬੇ ਨਾਨਕੀ ਇਸ ਬਚਨ ਨੂੰ ਕਹਿ ਤੇ ਦੇਣਗੇ, ਪਰ ਵਿਛੋੜਾ ਸਹਿਣਗੇ ਕਿਵੇਂ ਇਹ ਰੱਬ ਹੀ ਜਾਣਦਾ ਏ। ਸੁਸ਼ਾ ਕਬੈ ਨ ਭੇਜੋ ਜਾਂ ਕੋ, ਬੇਦੀ ਕੁਲ ਤਨੀਆਂ। ਇੰਨੇ ਬਚਨਾਂ ਤੋਂ ਬਾਅਦ ਸਤਿਗੁਰੂ ਦੀ ਸੁਭਾਵਿਕ ਗੱਲਾਂ ਤੇ ਆ ਕੇ ਸੰਸਾਰੀ ਤੇ ਤੁਸੀਂ ਬੇਦੀ ਕੁਲ ਦੀ ਧੀ ਹੋ, ਲੜਕੀ ਹੋ, ਪੁੱਤਰੀ ਹੋ। ਤੁਸੀਂ ਕਦੇ ਵੀ ਕਿਸੇ ਨੂੰ ਆਪਣੇ ਘਰ ਤੋਂ ਖਾਲੀ ਨਹੀਂ ਮੋੜਿਆ। ਭਾਈ ਮਰਦਾਨਾ ਜਦ ਵੀ ਤੁਹਾਡੇ ਘਰੇ ਆਇਆ ਕੁਝ ਨਾ ਕੁਝ ਲੈ ਕੇ ਗਿਆ ਤੇ ਲੈ ਕੇ ਜਾਏਗਾ। ਪਰ ਬੇਬੇ ਜੀ ਅੱਜ ਇਹ ਮਾਇਆ ਵਾਪਸ ਲੈ ਲਓ। ਇੱਥੇ ਨਾ ਕਈ ਵਾਰ ਆਪਾਂ ਬੇਬੇ ਸ਼ਬਦ ਸੁਣਦੇ ਆ। ਮੈਂ ਅੱਗੇ ਵੀ 2-3 ਵਾਰ ਬੇਨਤੀ ਕੀਤੀ, ਬੇਬੇ ਸ਼ਬਦ ਦਾ ਅਰਥ ਹੁੰਦਾ ਭੈਣ। ਪਾਕਿਸਤਾਨ ਵਿੱਚ ਅੱਜ ਵੀ ਭੈਣ ਨੂੰ ਬੇਬੇ ਕਹਿੰਦੇ ਆ। ਸ਼ੇਖੂ ਬੋਲੀ ਇਹ ਇਲਾਕੀ ਦੀ ਬੋਲੀ ਹੈ। ਤੇ ਮਾਲਵੇ ਵਾਲੇ ਬੇਬੇ ਕਹਿੰਦੇ ਆ ਦਾਦੀ, ਮਾਂ ਵੱਡੀ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਬੇਬੇ ਜੀ ਅੱਜ ਦੀ ਮਾਇਆ ਵਾਪਸ ਲੈ ਲਓ। ਦੋਨੋਂ ਹੱਥ ਜੋੜਦੇ ਆ। ਸ਼੍ਰੀ ਚੰਦ ਨਿਜ ਖੋਛਰ ਪਾਇਓ, ਤਦਪ ਦੇਵਨ ਬਣਿਆ। ਭੈਣ ਜੀ ਕਹਿੰਦੇ ਸਤਿਗੁਰੂ ਅਸੀਂ ਮਾਇਆ ਵਾਪਸ ਨਹੀਂ ਲੈਣੀ। ਕਿੰਨੀ ਵਾਰ ਕਹਿ ਦਿੱਤਾ ਤੁਹਾਨੂੰ, ਬਚਨ ਵੀ ਮੋੜਨਾ ਨਹੀਂ। ਕਿਉਂ ਦੇ ਰਹੇ ਹੋ ਮਾਇਆ ਵਾਪਸ? ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਡੀ ਗੋਦ ਵਿੱਚ ਸ੍ਰੀ ਚੰਦ ਜੀ ਨੂੰ ਪਾਇਆ। ਹੁਣ ਤੋਂ ਲੈ ਕੇ ਪਹਿਲਾਂ ਤੱਕ, ਅੱਜ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਸਾਰੇ ਖਰਚੇ ਤੁਸੀਂ ਕਰ ਰਹੇ ਹੋ। ਭੈਣ ਜੀ ਅਸੀਂ ਤੁਹਾਨੂੰ ਦੇਣ ਵਾਲੇ ਹਾਂ, ਦੇਣਦਾਰ ਹਾਂ ਤੁਹਾਡੇ। ਤੁਸੀਂ ਸਾਡੇ ਬੱਚੇ ਨੂੰ, ਪੁੱਤਰ ਨੂੰ ਪਾਲ ਰਹੇ ਹੋ। ਇੱਕ ਤੁਸੀਂ ਸਾਨੂੰ ਮਾਇਆ ਦੇ ਰਹੇ ਹੋ। ਸ਼ਰਮਿੰਦਗੀ ਵਾਲੀ ਗੱਲ ਹੈ। ਔਰ ਕਰ ਹਰਖ ਰਜਾਏ ਪਨੀਜੈ, ਹੇਰੋ ਦੇਸ਼ ਬਦੇਸ਼ਾ। ਕਿਰਪਾ ਕਰਕੇ ਮਾਇਆ ਵਾਪਸ ਲਵੋ। ਕਿਉਂਕਿ ਜੇ ਤੁਸੀਂ ਬਾਬਾ ਸ੍ਰੀ ਚੰਦ ਨੂੰ ਗੋਦ ਨਾ ਲਿਆ ਹੁੰਦਾ, ਪਰਵਰਿਸ਼ ਨਾ ਕਰਦੇ ਹੁੰਦੇ, ਅਸੀਂ ਕਦੇ ਮਾਇਆ ਨਾ ਮੋੜਦੇ। ਬੇਬੇ ਜੀ ਕਹਿੰਦੇ ਸਭ ਕੁਝ ਜਦੋਂ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਆ, ਫਿਰ ਬਚਨ ਨਹੀਂ ਮੋੜਿਆ ਜਾ ਸਕਦਾ। ਇਹਨਾਂ ਬਚਨਾਂ ਦੇ ਵਿੱਚ ਹੀ ਸਤਿਗੁਰ ਕਹਿੰਦੇ, ਬੇਬੇ ਜੀ ਫਿਰ ਸਾਨੂੰ ਹੁਣ ਇੱਕ ਆਗਿਆ ਦੇ ਦਿਓ। ਕਹਿੰਦੇ ਨਾ ਵੀ ਅਸੀਂ ਦੇਸ਼ ਵਿਦੇਸ਼ ਘੁੰਮਣਾ ਚਾਹੁੰਦੇ ਹਾਂ। ਕੋ ਸਤਿਨਾਮ। ਇਹ ਪ੍ਰਸੰਗ ਵੱਡਾ ਕਿਉਂ ਹੈ? ਉਦਾਸੀਆਂ ਤੇ ਜਾਣ ਦੀ ਆਗਿਆ ਸਤਿਗੁਰ ਮੰਗ ਰਹੇ ਹਨ। ਅੱਜ ਤੋਂ ਬਾਅਦ ਜਿਹੜੀ ਕਥਾ ਹੋਣੀ ਹੈ ਨਾ, ਬਸ ਫਿਰ ਦੁਨੀਆ ਦੇ ਭਾਂਬਰ ਕੱਢਦੀ ਜਾਓ। ਕਿੰਨਿਆਂ ਦੇ ਉਦਾਹਰਨਾਂ ਨੇ ਕਰਨੇ ਆ। ਹੁਣ ਉਸ ਰਾਹ ਤੇ ਚੱਲਦੇ। ਗੁਰੂ ਪਾਤਸ਼ਾਹ ਕਹਿੰਦੇ, ਬੇਬੇ ਜੀ ਭੈਣ ਜੀ ਸਾਨੂੰ ਆਗਿਆ ਦਿਓ। ਅਸੀਂ ਦੇਸ਼ਾਂ ਵਿਦੇਸ਼ਾਂ ਦੀ ਅੱਜ ਤੋਂ ਸੈਰ ਕਰਨੀ ਚਾਹੁੰਦੇ ਹਾਂ। ਨਹੀਂ ਚਿੰਤਾ ਚਿਤ ਬੀਚ ਵਿਚਰੀਏ, ਧਰੋ ਧੀਰ ਤਰ ਜੈਸਾ।
ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭੈਣ ਜੀ ਦੇ ਨੇਤਰਾਂ 'ਚ ਅਥਰੂ ਆ ਗਏ ਬਰਾਗ ਦੇ। ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਧੀਰਜ ਰੱਖੋ, ਅਸੀਂ ਕਿਤੇ ਦੂਰ ਨਹੀਂ ਜਾਣਾ, ਹੌਸਲਾ ਰੱਖਿਓ, ਹੌਸਲੇ ਦੇ ਨਾਲ ਤੋਰਿਓ। ਸਿਮਰੋ ਜਬ ਆਵੋ ਤਤਕਾਲਾ, ਕੂਰ ਨ ਜਾਣੋ ਬੈਨਾ। ਤੇ ਰਾਈ ਮਾਤਰ ਵੀ ਇਸ ਗੱਲ ਵਿੱਚ ਝੂਠ ਨਾ ਜਾਣੋ, ਜਦ ਵੀ ਤੁਸੀਂ ਸਾਨੂੰ ਯਾਦ ਕਰੋਗੇ, ਚੇਤੇ ਕਰੋਗੇ ਭੈਣ ਜੀ, ਇੱਕ ਅੱਖ ਦੇ ਫਰਕੇ ਵਿੱਚ ਤੁਹਾਡੇ ਕੋਲ ਆ ਜਾਵਾਂਗੇ। ਆਖੋ ਸਤਿਨਾਮ। ਕਿਸੇ ਧਰਤੀ ਤੇ ਹੋਈਏ, ਕਿਸੇ ਦੇਸ਼ ਵਿਦੇਸ਼ ਵਿੱਚ ਹੋਈਏ, ਇਹ ਵਾਅਦਾ ਕਰਕੇ ਚੱਲੇ, ਪਰ ਗੁਰੂ ਸਾਹਿਬ ਜਾਣਦੇ ਆ ਭੈਣ ਜੀ ਆਗਿਆ ਨਹੀਂ ਦੇਣਗੇ। ਉਹਨਾਂ ਨੇ ਤੇ ਭਾਈ ਮਰਦਾਨੇ ਨੂੰ ਨਹੀਂ ਜਾਣ ਦਿੱਤਾ, ਮਰਦਾਨਿਆ ਤੂੰ ਚਲਿਆ ਜਾਏਗਾ, ਮੇਰੇ ਵੀਰ ਇਕੱਲੇ ਰਹਿ ਜਾਣਗੇ, ਸਾਡੇ ਕੋਲ ਤੇ ਖਬਰਸਾਰ ਵੀ ਨਹੀਂ ਆਉਂਦੀ। ਪਰ ਗੁਰੂ ਸਾਹਿਬ ਨੇ ਸਹਿਜ ਸੁਭਾਅ ਭੈਣ ਜੀ ਤੋਂ ਅੱਜ ਕੀ ਕੁਝ ਮੰਗਿਆ ਏ। ਸੁਨਤ ਸੋਦਰੀ ਸਹਿਤ ਸਨੇਹਾ, ਸਕਲ ਬਚਨ ਗੁਣ ਐਨਾ। ਸਤਿਗੁਰ ਸੱਚੇ ਪਾਤਸ਼ਾਹ ਸਿੰਘਾਸਣ ਤੇ ਬੈਠੇ ਆ, ਬੇਬੇ ਨਾਨਕੀ ਜੀ ਪੀੜੇ ਤੇ ਬੈਠੇ। ਸਤਿਗੁਰਾਂ ਦੇ ਬਚਨ ਸੁਣ ਕੇ ਨਾ ਦੁਪੱਟੇ 'ਚ ਮੁੱਖ ਛੁਪਾ ਲਿਆ, ਉਹ ਵੀ ਰੋਏ, ਅੰਦਰ ਅੰਦਰ ਰੋ ਰਹੇ ਆ ਕਿ ਸਤਿਗੁਰ ਅੱਜ ਉਹ ਕਹਿੰਦੇ ਆ ਜੋ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਚਾਹੁੰਦੇ। ਭੈਣ ਜੀ ਸੀ ਚਾਹੁੰਦੀ ਮੇਰਾ ਵੀਰ ਕਦੇ ਮੇਰੀਆਂ ਅੱਖਾਂ ਤੋਂ ਦੂਰ ਹੋਵੇ, ਕਦੇ ਸਾਵੇ ਹੋਵੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਐਡਾ ਵੱਡਾ ਫੈਸਲਾ ਸੁਣਾਤਾ, ਸਾਨੂੰ ਆਗਿਆ ਦਿਓ, ਅਸੀਂ ਜਾਣਾ ਚਾਹੁੰਦੇ ਹਾਂ। ਜਾਣਾ ਵੀ ਦੂਰ ਹੈ, ਕਿਸ ਦੇਸ਼ ਵਿੱਚ ਜਾਣਾ ਹੈ, ਕਿਹੜੇ ਵਿਦੇਸ਼ ਵਿੱਚ ਜਾਣਾ ਹੈ, ਇਹ ਵੀ ਕੋਈ ਦੱਸਿਆ ਨਹੀਂ। ਰਹਿਤ ਇਹ ਜੇ ਸਦਨ ਨਾਵੋ, ਤਦ ਪਪੀ ਤੇਰ ਵਾਸੋ। ਬੇਬੇ ਨਾਨਕੀ ਜੀ ਰੋ ਕੇ ਕਹਿਣ ਲੱਗੇ ਸਤਿਗੁਰ ਜੀ, ਤੁਸੀਂ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਹੋ, ਇੱਥੇ ਰਹਿੰਦੇ ਆ ਘਰ ਨਹੀਂ ਸੀ ਆਉਂਦੇ, ਸਾਡੀ ਤੇ ਜਾਨ ਮੂੰਹੋਂ ਨਿਕਲਦੀ ਸੀ। ਮੈਂ ਬੜਿਆਂ ਨੂੰ ਕਹਿਣਾ, ਕਦੇ ਆਪਣੇ ਪਤੀ ਨੂੰ ਕਹਿਣਾ ਗੁਰੂ ਸਾਹਿਬ ਨੂੰ ਲੈ ਆਓ, ਕਦੇ ਭਾਈ ਬਾਲਾ ਜੀ ਦੀਆਂ ਮਿੰਨਤਾਂ ਕਰਨੀਆਂ, ਬਾਲਿਆ ਸਤਿਗੁਰਾਂ ਨੂੰ ਘਰ ਲੈ ਆ, ਕਦੇ ਭਾਈ ਮਰਦਾਨੇ ਨੂੰ ਕਹਿਣਾ, ਮਰਦਾਨਿਆ ਗੁਰੂ ਸਾਹਿਬ ਨੂੰ ਬੇਨਤੀ ਕਰ ਘਰੇ ਆ ਜਾਣਗੇ। ਮਰਦ ਅਸੀਂ ਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇੱਥੇ ਵੀ ਨਹੀਂ ਲੱਗ ਸਕਦੇ, ਸਾਨੂੰ ਤੇ ਘਰ ਰਹਿੰਦਿਆਂ ਵੀ ਹੌਸਲਾ ਹੁੰਦਾ ਨਹੀਂ। ਹੋ ਅਧੀਰ ਬਦੀਸ਼ ਗਏ ਤੇ, ਸੁਣੋ ਨਾ ਪਿੱਖਿਓ ਪਾਸੋ। ਬਾਦਸ਼ਾਹ ਕਿਵੇਂ ਭੇਜ ਦਈਏ ਆਪ ਜੀ ਨੂੰ ਵਿਦੇਸ਼ ਦੇ ਵਿੱਚ, ਇੰਨੇ ਨੂੰ ਜੈ ਰਾਮ ਜੀ ਆ ਗਏ ਘਰੇ, ਵੇਖ ਰਹੇ ਆ, ਬੜੇ ਹੈਰਾਨ ਨੇ ਸਤਿਗੁਰਾਂ ਨੇ ਫੈਸਲਾ ਲਿਆ। ਭੈਣ ਨਾਨਕੀ ਮਿੰਨਤਾਂ ਕਰਕੇ ਕਹਿੰਦੇ ਮਰਦ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਨੂੰ ਅਸੀਂ ਨਹੀਂ ਵੇਖਿਆ, ਤੁਸੀਂ ਨਹੀਂ ਜਾਣਦੇ, ਕੀ ਪਤਾ ਉੱਥੋਂ ਦੇ ਲੋਕ ਕਿਹੋ ਜਿਹੇ, ਕਿਹੋ ਦਾ ਵਾਤਾਵਰਨ ਹੋਵੇਗਾ, ਕਿਹੋ ਜਿਹੀ ਦੁਨੀਆ ਹੋਏਗੀ, ਕਿਹੋ ਦੇ ਹਾਲ ਚਾਲ ਹੋਣਗੇ ਤੇ ਕਿਹੋ ਜਿਹਾ ਮਾਹੌਲ ਹੋਏਗਾ, ਅਸੀਂ ਤੁਹਾਨੂੰ ਖੋਣਾ ਨਹੀਂ ਚਾਹੁੰਦੇ। ਅੰਦਰ ਦੀ ਪੀੜਾ ਸੀ, ਅੰਦਰ ਦਾ ਦਰਦ ਸੀ, ਕਿਤੇ ਸਤਿਗੁਰਾਂ ਦਾ ਵਿਛੋੜਾ ਨਾ ਹੋ ਜੇ। ਬੇਬੇ ਨਾਨਕੀ ਜੀ ਰੋ ਰੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਨੇ, ਮਹਾਰਾਜ ਆਪਣੀ ਧਰਤੀ ਚੰਗੀ, ਇਹਨੂੰ ਛੱਡ ਕੇ ਜਾਵੋ ਨਾ। ਤਜ ਕਰ ਮੋਹ ਜਾਤੇ ਹੋ ਹਮਰਾ, ਕਿਉਂ ਭਾਵੈ ਉਰ ਤੇਰੇ। ਭੈਣ ਜੀ ਦੇ ਬਚਨਾਂ ਨੂੰ ਸੁਣ ਕੇ ਹੁਣ ਸਤਿਗੁਰ ਨਹੀਂ ਬੋਲੇ, ਆਖਰਕਾਰ ਬੇਬੇ ਨਾਨਕੀ ਜੀ ਨੂੰ ਕਹਿਣਾ ਪਿਆ ਰੋ ਰੋ ਕੇ, ਸਤਿਗੁਰੂ ਸਾਡਾ ਮੋਹ ਛੱਡ ਕੇ ਚੱਲੇ ਹੋ। ਮੋਹ ਦੁਨੀਆ ਵਾਲਾ ਮੋਹ ਨਹੀਂ ਹੈ, ਇੱਥੇ ਭੈਣ ਤੇ ਭਰਾ ਦਾ ਇੱਕ ਪਿਆਰ ਸੀ ਰੱਬ ਵਾਲਾ। ਭੈਣ ਜੀ ਕਹਿੰਦੇ ਸਤਿਗੁਰੂ ਸਾਡਾ ਮੋਹ ਛੱਡ ਕੇ ਚਲੇ ਜਾਓਗੇ, ਨਿਰਮੋਹੇ ਹੋ ਜਾਓਗੇ, ਸਾਨੂੰ ਕਦੇ ਤੁਸੀਂ ਯਾਦ ਚੇਤੇ ਕਰਨਾ ਵੀ ਨਹੀਂ। ਸਭ ਮਨ ਕੀ ਤੁਮ ਜਾਣ ਬੂਝ ਕੇ, ਕਿਉਂ ਨ ਰਹੋ ਟਿਗ ਮੇਰੇ। ਸਤਿਗੁਰੂ ਸਭ ਕੁਝ ਤੁਸੀਂ ਦਿਲ ਦਾ ਜਾਣਦੇ ਹੋ, ਤੁਹਾਡੇ ਤੋਂ ਕੁਝ ਛੁਪਿਆ ਨਹੀਂ, ਕਿਉਂ ਸਾਡੇ ਕੋਲ ਨਹੀਂ ਰਹਿੰਦੇ, ਕੀ ਗੁਨਾਹ ਸਾਡੇ ਤੋਂ ਹੋ ਗਿਆ, ਕਿਹੜੀਆਂ ਗਲਤੀਆਂ ਅਸੀਂ ਕਰ ਬੈਠੇ ਜਿਨ੍ਹਾਂ ਦੀ ਤੁਸੀਂ ਸਜ਼ਾ ਦੇ ਰਹੇ। ਕਿਉਂਕਿ ਭੈਣ ਜੀ ਨੇ ਇੱਕ ਦਿਨ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਤੋਂ ਦੂਰ ਪਿੰਡੋਂ ਨਹੀਂ ਜਾਣ ਦਿੱਤਾ। ਵਿਆਹ ਤੋਂ ਬਾਅਦ ਵੀ ਸਤਿਗੁਰ ਕੇਵਲ 30 ਦਿਨਾਂ ਲਈ, 1 ਮਹੀਨੇ ਲਈ ਆਪਣੇ ਪਿੰਡ ਗਏ ਸੀ ਤੇ ਵਾਪਸ ਆ ਗਏ ਸੀ। ਜਦੋਂ ਤੋਂ ਪਿਤਾ ਜੀ ਨੇ ਥੱਪੜ ਮਾਰਿਆ ਨਾ, ਬੇਬੇ ਜੀ ਕਦੇ ਵੀ ਆਪਣੇ ਵੀਰ ਦਾ ਇੱਕ ਪਲ ਦਾ ਵਸਾਹ ਨਹੀਂ ਸੀ ਕਰਦੇ। ਬੇਸ਼ੱਕ ਉਹ ਸੁਲਤਾਨਪੁਰ ਲੋਧੀ ਦੇ ਜੰਗਲਾਂ 'ਚ ਬੈਠੇ ਆ, ਪਰ ਭੈਣ ਦੇ ਹਿਰਦੇ 'ਚ ਰਹਿੰਦੇ ਸੀ। ਆਉਂਦੇ ਜਾਂਦੇ ਮੁਸਾਫਰ ਦੱਸਦੇ ਸਤਿਗੁਰ ਕਿੱਥੇ ਬੈਠੇ, ਕਮ ਸੇ ਕਮ ਨੇੜੇ ਤਾਂ ਸੀ ਨਾ ਗੁਰੂ ਸਾਹਿਬ। ਅੱਜ ਉਹ ਤਰਲਾ ਕਰਦੇ ਆ, ਮਹਾਰਾਜ ਤੁਸੀਂ ਸਾਡੇ ਦਿਲ ਦੀ ਦਸ਼ਾ ਨੂੰ ਜਾਣਦੇ ਹੋ, ਤੁਹਾਨੂੰ ਪਤਾ ਹੈ ਅਸੀਂ ਇੱਕ ਪਲ ਤੁਹਾਨੂੰ ਦੇਖੇ ਬਿਨਾਂ ਰਹਿ ਨਹੀਂ ਸਕਦੇ, ਇੱਕ ਘੜੀ ਤੁਹਾਡੇ ਵਾਂਝੋਂ ਬਤੀਤ ਨਹੀਂ ਹੁੰਦੀ, ਫੇਰ ਵੀ ਛੱਡ ਕੇ ਚੱਲੇ ਹੋ। ਚਾਹੀਏ ਮੋਹ
ਭਗਨੀ ਰਾਜ ਸਨਹਿਸੇ ਬੰਦੇ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮੋਹ ਸ਼ਬਦ ਸੁਣੇ ਆਖਣ ਲੱਗੇ ਭੈਣ ਜੀ ਮੋਹ ਨੂੰ ਛੱਡਣਾ ਹੀ ਚੰਗਾ ਏ। ਮੋਹ ਇੱਕ ਇਹੋ ਜਿਹੀ ਰੱਸੀ ਹੈ ਜਿਹੜੀ ਸਦਾ ਬੰਨੀ ਰਹਿੰਦੀ ਹੈ, ਕਦੇ ਟੁੱਟਣ ਨਹੀਂ ਦਿੰਦੀ। ਇਸ ਰੱਸੀ ਵਿੱਚ ਬੰਨਿਆ ਵਿਅਕਤੀ ਹਮੇਸ਼ਾ ਦੁਖਦਾਈ ਹੁੰਦਾ ਹੈ। ਮੋਹ ਦੀਆਂ ਤੰਦਾਂ ਤੁਸੀਂ ਵੀ ਛੱਡਦੇ ਹੋ। ਆਪਾਂ ਨਾ ਕਦੇ ਇਕੱਠੇ ਆਏ ਤੇ ਨਾ ਕਦੇ ਕਿਸੇ ਇਕੱਠਿਆਂ ਜਾਣਾ। ਕੋ ਸਤਨਾਮ ਮਰਦ ਕਹਿੰਦੇ ਮੋਹ ਨਹੀਂ ਕਰਨਾ, ਜਿਸਮ ਦਾ ਮੋਹ ਨਹੀਂ ਕਰਨਾ, ਭਾਵੇਂ ਭਰਾ ਹੀ ਕਿਉਂ, ਪਿਤਾ ਵੀ ਕਿਉਂ ਨਹੀਂ, ਮਾਂ ਵੀ ਕਿਉਂ ਨਹੀਂ, ਸਰੀਰਾਂ ਦਾ ਮੋਹ ਤੁਸੀਂ ਨਾ ਕਰੋ। ਸਾਨੂੰ ਜਾਣ ਦਿਓ, ਜਾਣ ਦੀ ਆਗਿਆ ਦਿਓ। ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਕਹਿ ਹੀ ਦਿੱਤਾ ਵੀ ਜਿੱਥੇ ਵੀ ਯਾਦ ਕਰੋਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ। ਫਿਰ ਸਰੀਰ ਕਰਕੇ ਦੂਰ ਹੋਣਾ ਨੇੜੇ ਹੋਣਾ ਕੋਈ ਫਰਕ ਪੈਂਦਾ ਨਹੀਂ। ਨਹਿ ਨਕੀਤ ਤੇ ਨਿਕਸਨ ਪਾਵੇ ਅਸ਼ਟ ਜਾਮ ਫਸ ਤੰਦੇ। ਮਨ ਨੇ ਸਪਸ਼ਟ ਬਚਨ ਕਹਿ ਦਿੱਤੇ ਭੈਣ ਜੀ ਅੱਜ ਮੋਹ ਦਾ ਵਾਸਤਾ ਪਾ ਕੇ ਰੋਕੋਗੇ ਅਸੀਂ ਇੱਕ ਕਦਮ ਵੀ ਇਸ ਘਰ ਦੇ ਦਰਵਾਜ਼ੇ ਤੋਂ ਬਾਹਰ ਪੱਟ ਨਹੀਂ ਸਕਦੇ। ਫਿਰ ਅਸੀਂ 8 ਤਰ੍ਹਾਂ ਦੇ ਬੰਧਨਾਂ 'ਚ ਬੰਦੇ ਰਹਿ ਜਾਵਾਂਗੇ। ਮੋਹ ਵਾਲਾ ਬੰਦਾ ਘਰ ਛੱਡ ਸਕਦਾ, ਮੋਹ 'ਚ ਵਸਿਆ ਬੰਦਾ ਜ਼ਿੰਦਗੀ 'ਚ ਕਦੇ ਸੁਖੀ ਹੋ ਸਕਦਾ ਹੈ। ਮੋਈਆ ਨਾ ਸੁਖੀ ਸੀ ਨਾ ਹੈ ਨਾ ਉਹਨੇ ਕਦੇ ਹੋਣਾ। ਇਹ ਤੇ ਗੁਰਬਾਣੀ ਕਹਿ ਰਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਸਾਨੂੰ ਮੋਹ ਦੀਆਂ ਤੰਦਾਂ 'ਚ ਨਾ ਬੰਨੋ। ਭੈਣ ਜੀ ਸਾਡੇ ਤੋਂ ਦਰਵਾਜ਼ਾ ਨਹੀਂ ਟੱਪਿਆ ਜਾਣਾ, ਕਦਮ ਪੁੱਟਿਆ ਨਹੀਂ ਜਾਣਾ। ਅਸੀਂ ਮੋਹ ਵਿੱਚ ਪਰਿਵਾਰ ਪਾਲਣ ਨਹੀਂ ਆਏ, ਤੁਸੀਂ ਭਲੀ ਪ੍ਰਕਾਰ ਜਾਣਦੇ ਹੋ। ਧਾਰਿਓ ਰਤੀਰ ਵਿਚਾਰ ਵਿਵੇਕੋ ਸਿਮਰਨ ਤੇ ਮੈਂ ਆਮੋ। ਭੈਣੇ ਇੰਨਾ ਗਿਆਨ ਤੁਹਾਡੇ ਕੋਲੇ ਹੈ, ਗਿਆਨ ਹੁੰਦਿਆਂ ਜੇ ਵਰਤਿਆ ਇਹਨਾਂ ਤੇ ਲਾਭ ਕੀ ਹੈ? ਸੋਚੋ ਵਿਵੇਕ ਨਾਲ, ਗਿਆਨ ਨਾਲ ਸੋਚੋ। ਅਸੀਂ ਤੁਹਾਡੇ ਤੋਂ ਦੂਰ ਨਹੀਂ ਆ। ਜਦ ਜਦ ਚੇਤੇ ਕਰੋਗੇ, ਜਿਸ ਪਲ ਕਰੋਗੇ, ਉਹ ਅਜੇ ਖਿਆਲ ਹਿਰਦੇ ਤੋਂ ਦਿਮਾਗ ਤੱਕ ਆਊ ਅਸੀਂ ਸਾਹਮਣੇ ਹੋਵਾਂਗੇ। ਆਖੋ ਸਤਨਾਮ। ਤੁਹਾਨੂੰ ਗਮ ਕਿਸ ਚੀਜ਼ ਦਾ ਹੈ? ਹਾਂ ਤੁਸੀਂ ਯਾਦ ਕਰੋ ਅਸੀਂ ਕਦੇ ਨਾ ਆਈਏ ਵੀ ਦੁੱਖ ਹੋਏਗਾ। ਵਾਦਾ ਕਰਦੇ ਹਾਂ ਸਰੀਰ ਕਰਕੇ ਦੂਰ ਜ਼ਰੂਰ ਹਾਂ, ਪਰ ਮਨ ਕਰਕੇ ਹਿਰਦੇ ਕਰਕੇ ਸਦਾ ਨੇੜੇ ਹੋਵਾਂਗੇ। ਮੋਹ ਦੇ ਬੰਧਨਾਂ ਵਿੱਚ ਸਾਨੂੰ ਨਾ ਬੰਨੋ। ਅੱਜ ਅਸੀਂ ਜਾਣਾ ਚਾਹੁੰਦੇ ਹਾਂ ਦੇਸ਼ ਵਿਦੇਸ਼ ਦੇਖਣੇ ਇੱਛਾ ਲੈਨ ਦੇਸ਼ ਤੁਮ ਜਾਵੋ। ਭੈਣ ਜੀ ਬੜੇ ਪਿਆਰ ਚ ਰੋ ਰੋ ਕੇ ਪੁੱਛਦੇ ਸਤਿਗੁਰ ਕਿਹੜੇ ਦੇਸ਼ ਜਾਓਗੇ, ਕਿਉਂ ਜਾਓਗੇ? ਗੁਰੂ ਸਾਹਿਬ ਕਹਿੰਦੇ ਭੈਣ ਜੀ ਦੇਸ਼ਾਂ ਨੂੰ ਵਿਦੇਸ਼ਾਂ ਨੂੰ ਵੇਖਣ ਦਾ ਚਾਅ ਹੈ, ਉਤਸ਼ਾਹ ਹੈ ਮਨ ਵਿੱਚ। ਬੜੇ ਕਾਰਨ ਨੇ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਣ ਸਮੁੱਚੇ ਬ੍ਰਹਿਮੰਡ ਦੀ ਯਾਤਰਾ ਕਰਨੀ ਹੈ। ਸਿੱਖ ਕੌਮ ਕੋਲ ਤੇ ਸਿਰਫ 4 ਉਦਾਸੀਆਂ ਦਾ ਜ਼ਿਕਰ ਹੈ। ਅਸੀਂ ਤੇ ਲੋਕਾਂ ਨੂੰ ਉਹ ਵੀ ਨਹੀਂ ਸੁਣਾ ਸਕੇ, ਉਹ ਵੀ ਨਹੀਂ ਪੂਰੀਆਂ ਸੁਣਨੀਆਂ। 4 ਉਦਾਸੀਆਂ ਦੱਸੋ ਕਿਹਨੂੰ ਪਤਾ ਨਹੀਂ, ਕਿੱਥੇ ਕਿੱਥੇ ਗੁਰੂ ਸਾਹਿਬ ਗਏ। ਜੇ ਕਿਸੇ ਨੂੰ ਪਤਾ ਵੀ ਹੈ 20-25 ਸ਼ਹਿਰਾਂ ਸਟੇਟਾਂ ਦੇਸ਼ਾਂ ਦੇ ਨਾਂ ਲੈ ਕੇ ਬੋਲ ਦਈਦੇ ਇੱਥੇ ਇੱਥੇ ਜਾ ਕੇ ਆਏ ਆ ਨਾ ਭਾਈ। ਬਾਬੇ ਨਾਨਕ ਦੀਆਂ ਪੈੜਾਂ ਨਾ ਪਕਾਉਣ ਸਕਦਾ। ਆਖੋ ਸਤਨਾਮ। ਉਹ ਤੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ। ਜਿੱਥੇ ਤੱਕ ਅਸੀਂ ਲੱਖਾਂ ਜਨਮ ਲੈ ਕੇ ਸੋਚ ਵੀ ਨਹੀਂ ਸਕਦੇ ਨਾ, ਉੱਥੇ ਵੀ ਬੇੜੀਆਂ ਪਾਉਂਦੇ, ਉੱਥੇ ਵੀ ਜਾਣਾ। ਗੁਰੂ ਸਾਹਿਬ ਕਹਿੰਦੇ ਭੈਣ ਜੀ ਜਾਣਾ ਅਸੀਂ ਜ਼ਰੂਰ ਹੈ, ਪਰ ਜਾਣਾ ਵੀ ਤੁਹਾਡੀ ਆਗਿਆ ਨਾਲ। ਆਗਿਆ ਦਿਓ ਸਾਨੂੰ, ਪਿਆਰ ਦੇ ਬਚਨ ਆਖੋ ਵੀ ਨਾਨਕ ਜੀ ਤੁਸੀਂ ਜਾ ਸਕਦੇ ਹੋ, ਸਾਡਾ ਆਸ਼ੀਰਵਾਦ ਤੁਹਾਡੇ ਨਾਲ। ਦੇਖੋ ਆਹ ਸਤਿਕਾਰ ਹੈ ਵੱਡਿਆਂ ਨੂੰ। ਜਾਣੂ ਸਤਿਗੁਰ ਜਾ ਸਕਦੇ ਆ ਜਿਨ੍ਹਾਂ ਨੇ ਆਪਣੀ ਪਤਨੀ ਦੀ ਪਰਵਾਹ ਨਹੀਂ ਕੀਤੀ, ਮਾਪਿਆਂ ਦੀ ਨਹੀਂ ਕੀਤੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਭਾਈ ਮਰਦਾਨੇ ਨੂੰ ਕਹਿੰਦੇ ਸੀ ਰਬਾਬ ਰੱਖ ਘਰੇ ਭੱਜ ਓਏ, ਨਹੀਂ ਕਹਿਣਾ ਨਾ ਰਹੇ। ਭੈਣ ਜੀ ਨੂੰ ਕੀ ਕਹਿ ਰਹੇ? ਕੋਈ ਉਹ ਥੋੜੀ ਆ ਵੀ ਭੈਣ ਆਪਣੀ ਤਾਂ ਮਿੰਤਾਂ ਕਰਦੇ, ਨਹੀਂ ਉਹ ਬੰਦਗੀ ਵਾਲੀ ਰੂਹ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਹੋਏ ਨੇ ਬੇਬੇ ਨਾਨਕੀ ਜੀ, ਪੂਰਨ ਸਿੱਖ। ਸਾਡੇ ਵਰਗੇ ਸਿੱਖ ਨਹੀਂ, ਪੂਰਨ ਸਿੱਖ। ਇਸ ਕਰਕੇ ਸਤਿਗੁਰ ਆਗਿਆ ਮੰਗ ਰਿਹਾ, ਕਹਿੰਦੇ ਭੈਣ ਜੀ ਵਕਤ ਜਾਇਆ ਨਾ ਕਰੋ, ਸਾਨੂੰ ਜਾਣ ਦੀ ਆਗਿਆ ਦੇ ਦਿਓ। ਓ ਬਿਦ ਬਦਤ ਬਚਨ ਦੇ ਧੀਰਾ ਦਏ ਕਾਰ ਖਿਕ ਸੋ। ਇਹਨੇ ਨੂੰ ਭਾਈ ਮਰਦਾਨਾ ਜੀ ਨੇ ਭੈਣ ਜੀਆਂ ਨੂੰ 20 ਰੁਪਏ ਧੱਕੇ ਨਾਲ ਫੜਾ ਦਿੱਤੇ। ਕਹਿੰਦੇ ਭੈਣ ਜੀ ਰੱਖੋ। ਬੇਬੇ ਜੀ ਕਹਿੰਦੇ ਮਰਦਾਨਿਆ ਜੇ ਤੁਸੀਂ ਦੇਸ਼ ਵਿਦੇਸ਼ ਚੱਲੇ ਹੋ ਤੇ ਇਹਨਾਂ ਨਾਲ ਕੀ ਬਣਨਾ, ਹੋਰ ਲੈ ਜਾਓ। ਸਤਿਗੁਰ ਕਹਿੰਦੇ ਬਿਨਾ ਮਾਇਆ ਤੋਂ ਯਾਤਰਾ ਕਰਨੀ ਆ। ਆਖੋ ਸਤਿਨਾਮ। ਬਿਨਾ ਮਾਇਆ। ਗੁਰੂ ਨਾਨਕ ਸਾਹਿਬ ਵੀ ਸੀ। ਆਪਾਂ ਦੇਖੋ ਨਾ
7 ਫੇਸ ਤੋਂ ਲੈ ਕੇ 10 ਫੇਸ ਤੱਕ ਜਾਣਾ ਹੋਵੇ ਤੇ ਉਹਦੇ ਲਈ ਵੀ ਜਾਂ ਬਾਈਕ ਗੱਡੀ 'ਚ ਪੈਟਰੋਲ ਚਾਹੀਦਾ ਹੈ, ਜਾਂ ਜੇਬ 'ਚ ਪੈਸੇ ਚਾਹੀਦੇ। ਜਾਣ ਲੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਿਨਾਂ ਮਾਇਆ ਤੋਂ ਯਾਤਰਾ ਕਰਦੇ ਆ। ਕਿਉਂ? ਕਿਉਂਕਿ ਮਾਇਆ ਦੇ ਪਤੀ ਨੇ, ਮਾਲਕ ਨੇ, ਪਰਮੇਸ਼ਵਰ ਨੇ। ਮਾਇਆ ਤੇ ਉਹਨਾਂ ਨੇ ਸਾਂਝੀ ਹੋਈ ਹੈ। ਮਰਦਾਨਾ ਜੀ ਨੂੰ ਦੱਸਦੇ ਆ ਮਾਇਆ ਸਾਡੇ ਕੰਮ ਨਹੀਂ ਹੋਈ। ਆਖੋ ਸਤਿਨਾਮ। ਵੇਖੀ ਮਰਦਾਨਿਆ ਕਿਤੇ ਮੋਹ ਨਾ ਪਾ ਕੇ ਬਹਿ ਜੀ। ਤੇ ਗੁਰੂ ਸਾਹਿਬ ਦੀ ਐਸੀ ਨਜ਼ਰ ਸਾਂਝੀ ਹੋਈ ਭਾਈ ਮਰਦਾਨੇ ਤੇ, ਉਹਨੇ ਮਾਇਆ ਉਸੇ ਵੇਲੇ ਮੋੜਤੀ। ਕਿਹਾ ਸੀ ਨਾ ਮਰਦ ਨੇ, ਕਹਿੰਦੇ ਸਿੱਖ ਭਾਵੇਂ ਬਣ ਗਿਆ ਰਹਿ ਗਿਆ ਮਰਾਸੀ। ਓਏ ਤੂੰ ਮਰਾਸੀਆਂ ਵਾਂਗੂ ਮੰਗਣਾ ਨਹੀਂ ਛੱਡਿਆ, ਤੈਨੂੰ ਮੰਗਣ ਦੀ ਆਦਤ ਨਹੀਂ ਗਈ, ਹਰ ਇੱਕ ਦੇ ਅੱਗੇ ਹੱਥ ਅੱਡ ਲੈਣੇ। ਓਏ ਉਸੇ ਦਿਨ ਤੋਂ ਭਾਈ ਮਰਦਾਨੀ ਨੇ ਸੋਚ ਲਿਆ ਜ਼ਿੰਦਗੀ ਬਚਾਉਣ ਲਈ ਤਾਂ ਫੁਲਕਿਆਂ ਦੀ ਲੋੜ ਹੈ, ਮੈਂ ਮਾਇਆ ਕੀ ਕਰਨੀ। ਅੱਜ ਉਹ ਮਾਇਆ ਵਾਪਸ ਕੀਤੀ। ਬੇਬੇ ਨਾਨਕੀ ਜੀ ਤੋਂ ਸਤਿਗੁਰੂ ਆਗਿਆ ਮੰਗਦੇ, ਕਹਿੰਦੇ ਭੈਣ ਜੀ ਸਾਨੂੰ ਹੁਣ ਆਗਿਆ ਦੇ ਦਿਓ, ਪਿਆਰ ਨਾਲ ਕਿਰਪਾ ਦੇ ਬਚਨ ਕਹਿ ਦਿਓ, ਤਾਂ ਜੋ ਅਸੀਂ ਆਪਣੇ ਮਿਸ਼ਨ ਤੇ, ਆਪਣੇ ਸਫ਼ਰ ਤੇ ਨਿਕਲ ਸਕੀਏ। ਲੈ ਕਰ ਬਿਦਾ ਚਲੇ ਦੁਖ ਭੰਜਨ, ਮਰਦਾਨਾ ਸੰਗ ਦੋ। ਤੇ ਭਾਈ ਮਰਦਾਨਾ ਕੋਲ ਖੜੇ ਹੈਰਾਨ ਨੇ ਵੀ ਮੈਂ ਤੇ ਆਇਆ ਸੀ ਗੁਰੂ ਸਾਹਿਬ ਨੂੰ ਖਬਰ ਲੈਣ। ਬਾਬਾ ਜੀ ਕਹਿੰਦੇ ਚੱਲ ਵਿਦੇਸ਼ ਚੱਲੀਏ। ਤੇ ਕਿਹੜੀ ਯਾਤਰਾ ਹੈ? ਪੈਸੇ ਵੀ ਕਢਾ ਦੇ, ਰਬਾਬ ਵੀ ਚੁਕਾ ਲਈ, ਦੱਸਿਆ ਵੀ ਕਿੱਥੇ ਜਾਣਾ ਇਹ ਵੀ ਨਹੀਂ ਦੱਸਿਆ। ਤੇ ਦੱਸ ਵੀ ਉਦੋਂ ਰਹੇ ਨੇ ਜਦੋਂ ਘਰੇ ਆਏ ਆ ਨਾ ਸੁਭਾਵਿਕ ਪ੍ਰਸ਼ਾਦਾ ਛਕਣ। ਕਹਿੰਦੇ ਚੱਲ ਮਰਦਾਨਿਆਂ ਚੱਲੀਏ। ਆਖੋ ਸਤਿਨਾਮ। ਜੋ ਸਿੱਖ ਐਡਾ ਪੱਕਾ ਸੀ, ਉਹਨੇ ਇੱਕ ਵਾਰ ਵੀ ਨਹੀਂ ਕਿਹਾ ਬਾਬਾ ਜਾਣਾ ਕਿੱਥੇ ਹੈ, ਵੀ ਜੇ ਇੱਧਰ ਨੂੰ ਜਾਣਾ ਤੇ ਪਿੰਡ ਵਾਲੇ ਪਾਸੇ ਉਹ ਚੱਲਦੇ ਆ, ਜਾਂਦੇ ਜਾਂਦੇ ਮਿਲ ਚੱਲਦੇ ਆ। ਨਾ ਜੀ ਨਾ, ਆਪਾ ਹੀ ਸੋ ਗਿਆ। ਭਾਈ ਮਰਦਾਨਾ ਜੀ ਬੜੇ ਅਚਰਜ ਸਨ, ਪਲਾਂ ਵਿੱਚ ਖੜਿਆ ਫੈਸਲਾ ਕਰ ਲਿਆ। ਹੁਣ ਤੱਕ ਤੇ ਜੰਗਲਾਂ 'ਚ ਬੈਠੇ ਸੀ, ਮੈਨੂੰ ਕਹਿੰਦੇ ਸੀ ਭਾਜਾ ਮਰਦਾਨਿਆ ਰਵਾਬ ਭੈਣ ਜੀ ਨੂੰ ਘਰੇ ਫੜਾ ਦੇ, ਜਿੱਥੇ ਤੇਰਾ ਜੀ ਕਰਦਾ ਉੱਥੇ ਜਾ, ਜੇ ਤੂੰ ਘਰ ਜਾ ਕੇ ਸੁਖੀ ਘਰੇ ਜਾ। ਜਦੋਂ ਸਤਿਗੁਰ ਕਹਿੰਦੇ ਸੀ ਮਰਦਾਨਿਆ ਚਲਿਆ ਜਾ, ਉਦੋਂ ਤੇ ਕੁਝ ਦੱਸਿਆ ਨਹੀਂ ਮਰਦ ਨੇ ਆਪਾਂ ਜਾਣਾ। ਦੇਖੋ ਕਿੱਡੀਆਂ ਖੇਡਾਂ ਨੇ। ਸੋਚਦਾ ਵੀ ਜੇ ਮੈਂ ਚਲਿਆ ਜਾਂਦਾ ਇਹਦਾ ਮਤਲਬ ਗੁਰੂ ਸਾਹਿਬ ਨੇ ਤੇ ਜਾਣਾ ਹੀ ਜਾਣਾ ਸੀ, ਮੈਨੂੰ ਛੱਡ ਜਾਂਦੇ। ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਸਾਹਿਬ ਪੁੱਛੋ। ਗੁਰੂ ਸਾਹਿਬ ਕਹਿੰਦੇ ਭੈਣ ਜੀ ਆਗਿਆ ਦਿਓ। ਆਗਿਆ ਮੰਗੀ ਹੈ, ਬੜੇ ਪਿਆਰ ਨਾਲ ਆਖਣ ਲੱਗੇ, ਕਹਿੰਦੇ ਸਤਿਗੁਰੂ ਅਸੀਂ ਕਲਯੁਗੀ ਜੀਵ ਆ, ਆਗਿਆ ਦੇਣ ਵਾਲੇ ਕੌਣ ਆ? ਤੁਸੀਂ ਆਪਣੀ ਮੌਜ ਤੇ ਰਜਾ ਦੇ ਮਾਲਕ ਹੋ, ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਮੈਨੂੰ ਪਤਾ ਹੈ ਜਿਸ ਮਕਸਦ ਲਈ ਤੁਸੀਂ ਆਏ ਹੋ ਨਾ ਉਹ ਪੂਰਾ ਹੀ ਇਹਦਾ ਹੋਣਾ। ਕੋ ਸਤਿਨਾਮ। ਅੰਦਰ ਦੀ ਸੁਰਤ ਕਹਿੰਦੀ ਤੁਸੀਂ ਜਾ ਸਕਦੇ ਹੋ। ਜੈ ਰਾਮ ਜੀ ਦੇ ਚਰਨੀ ਹੱਥ ਲਾਏ, ਤੁਲਸਾਂ ਦਾਸੀ ਨੂੰ ਹੱਥ ਜੋੜ ਸੀਸ ਨਵਾਇਆ। ਇਸ ਘਰ ਦੀ ਉਹ ਕੰਮ ਵਾਲੀ ਹੈ। ਕੰਮ ਵਾਲੀ ਕੀ ਕਾਹਦੀ ਹੈ ਜੀ? ਇਸ ਘਰ ਦੀ ਮਾਲਕ ਹੈ ਤੁਲਸਾਂ ਦਾਸੀ। ਤੁਲਸਾਂ ਦਾਸੀ ਆਉਣ ਵਾਲੇ ਸਮੇਂ 'ਚ ਬ੍ਰਹਮ ਗਿਆਨੀ ਹੋਏਗੀ। ਇੱਕ ਸਮਾਂ ਐਸਾ ਆਏਗਾ ਇਹ ਤੁਲਸਾਂ ਨੇ ਤੁਲਸਾਂ ਨਹੀਂ ਰਹਿਣਾ, ਪੂਰਨ ਬ੍ਰਹਮ ਗਿਆਨੀ ਹੋ ਜਾਣਾ। ਉਹ ਘਟਨਾ ਅੱਗੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨੇ ਚੱਲ ਫਿਰ ਚੱਲੀਏ। ਕਹਿੰਦੇ ਚਲੋ ਬਾਦਸ਼ਾਹ। ਸੁੱਖ ਨਾਲ ਭਾਈ ਮਰਦਾਨਾ ਜੀ ਨੇ ਬੜਾ ਸੋਹਣਾ ਚੂੜਾ ਪਾਇਆ ਸੀ ਜੋ ਜੈ ਰਾਮ ਜੀ ਨੇ ਦਿੱਤਾ। ਹੁਣ ਆਇਆ ਖਿਆਲ ਮਨ 'ਚ ਵੀ ਜੈ ਰਾਮ ਜੀ ਨੇ ਚੂੜਾ ਐਵੇਂ ਨਹੀਂ ਦਿੱਤਾ, ਖੇਡਾਂ ਗੁਰੂ ਨਾਨਕ ਦੀਆਂ ਨੇ। ਆਖੋ ਸਤਿਨਾਮ। ਖੇਡ ਵਰਤੀ ਹੈ ਤਾਂ ਸੋਹਣੇ ਵਸਤਰ ਮਿਲੇ ਆ। ਗੁਰੂ ਸਾਹਿਬ ਜੀ ਨੇ ਆਗਿਆ ਮੰਗੀ ਹੈ, ਸਾਰਾ ਪਰਿਵਾਰ ਅੱਖਾਂ ਭਰ ਕੇ ਖੜਿਆ ਏ। ਬਿਰਹਿ ਪੀਰ ਤੇ ਰੋਦਤ ਭਗਨੀ, ਰਾਖਣ ਬਸ ਨਹਿ ਚਲਈ। ਬਿਰਹੇ ਦੀ ਪੀੜਾ ਨਾਲ, ਅੰਦਰ ਦੇ ਵਿਰਾਗ ਨਾਲ, ਟੁੱਟਣ ਤੇ ਦੁੱਖ ਤੋਂ, ਵਿਛੋੜੇ ਤੋਂ ਭੈਣ ਨਾਨਕੀ ਬਹੁਤ ਰੋਏ, ਬਹੁਤ ਰੋਏ। ਰੋਂਦਿਆਂ ਰੋਂਦਿਆਂ ਸਤਿਗੁਰ ਨੂੰ ਰੋਕ ਨਹੀਂ ਸਕੇ। ਬੇਵੱਸ ਸਨ। ਇੱਕ ਪਲ ਗੁਰਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ। ਇੱਕ ਪਲ ਇੰਨਾ ਪ੍ਰੇਮ ਸੀ ਸਤਿਗੁਰਾਂ ਦਾ। ਕਿਤੇ ਗੁਰੂ ਸਾਹਿਬ ਆਉਂਦੇ ਜਾਂਦੇ ਰਹਿਣ, ਦਰਸ਼ਨ ਦਿੰਦੇ ਰਹਿਣ, ਪਰ ਇੱਕ ਮਜਬੂਰੀ ਸੀ। ਮਜਬੂਰੀ ਵੀ ਕਾਹਦੀ? ਉਹ ਜਾਣਦੇ ਆ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਤੇ ਕਿਉਂ ਆਏ ਆ। ਇਹਨਾਂ ਦੇ ਆਉਣ ਦਾ ਕਾਰਨ ਕੀ ਸੀ? ਕਾਰਨ ਇਹੀ ਸੀ ਦੁਨੀਆ ਨੂੰ ਤਾਰਨਾ, ਜੱਗ ਦਾ ਉਧਾਰ ਕਰਨਾ। ਬੇਵਸੀ ਅੱਖਾਂ ਵਿੱਚ ਦਿਸਦੀ ਹੈ, ਚਾਹ ਕੇ ਵੀ ਰੋਕ ਨਹੀਂ ਸਕਦੇ। ਕਹਿਤ ਸੰਤੋਖ ਸਿੰਘ ਪਾਪੂਰਨ ਧਿਆਏ, ਦੁਖ ਦਲ ਮਲਈ। ਮਹਾਂਕਵੀ ਭਾਈ ਸੰਤੋਖ ਸਿੰਘ ਆਖਣ ਲੱਗੇ ਸੰਗਤ ਜੀ ਇੱਥੇ ਇਹ ਇਤਿਹਾਸ ਦਾ ਪ੍ਰਸੰਗ ਸੰਪੂਰਨ ਹੋਇਆ। ਸੁਲਤਾਨਪੁਰ ਲੋਧੀ ਦੀ ਕਥਾ ਅੱਜ ਸਮਾਪਤ ਹੈ।
ਕਹਿੰਦੇ ਇਹਨਾਂ ਪ੍ਰਸੰਗਾਂ ਦੇ ਵਿੱਚ ਮੈਂ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਕਥਨ ਨੂੰ ਕੱਢਿਆ ਹੈ, ਸ਼ਰਧਾ ਦੇ ਨਾਲ, ਵੀ ਸੁਲਤਾਨਪੁਰ ਨਗਰ ਵਿੱਚ ਮਰਦ ਨੇ ਕੀ ਖੇਡਾਂ ਵਰਤਾਈਆਂ, ਕੀ ਜੋੜ ਵਰਤਾਏ, ਇੱਕ ਪਲ ਉਸ ਵੇਲੇ ਦਾ ਲਿਖਿਆ ਹੈ। ਕਹਿੰਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਹੁਣ ਦੁਨੀਆ ਤੇ ਨਾਮ ਦਾ ਛਿੱਟਾ ਦੇਣ ਚੱਲੇ ਆ। ਬੜੇ ਪਿਆਰ ਵਿੱਚ ਸ਼ੁਕਰਾਨਾ ਕਰਦੇ ਮਹਾਕਵੀ ਭਾਈ ਸੰਤੋਖ ਸਿੰਘ ਪ੍ਰਸੰਗ ਅਧਿਆਏ ਦੀ ਸਮਾਪਤੀ ਕਰਦੇ ਨੇ। ਦੋਹਰਾ ਸਾਗਰ ਸ੍ਰੀ ਨਾਨਕ ਚਰਿਤ ਬਾਲਾ ਮੰਦਰ ਰੂਪ। ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਬੜਾ ਸੋਹਣਾ ਦੋਹਰਾ ਲਿਖਦੇ ਆ ਇੱਕ ਛੰਦ ਦੇ ਰੂਪ ਦੇ ਵਿੱਚ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਇੱਕ ਸਾਗਰ ਸਮੁੰਦਰ ਹੈ। ਭਾਈ ਬਾਲਾ ਜੀ ਜੋ ਕਥਾ ਸੁਣਾ ਰਹੇ ਆ ਉਹ ਆ ਵਿੰਧਿਆਚਲ ਪਰਬਤ। ਇਹ ਭਾਰਤ ਦੀ ਧਰਤੀ ਤੇ 4 ਤਰ੍ਹਾਂ ਦੇ ਪਰਬਤ ਨੇ, ਵੈਸੇ 5 ਮੰਨੇ ਜਾਂਦੇ ਆ, ਅਰੁਣਾਚਲ, ਵਿੰਧਿਆਚਲ, ਜਿਨ੍ਹਾਂ ਚੋਂ ਵਿੰਧਿਆਚਲ ਇਹ ਕਈ ਪਰਬਤ ਨੇ, ਸ਼੍ਰਿੰਖਲਾ ਦੇ ਪਰਬਤਾਂ ਦੀਆਂ। ਕਹਿੰਦੇ ਵਿੰਧਿਆਚਲ ਪਰਬਤ ਇੱਕ ਐਸਾ ਪਰਬਤ ਹੈ ਜਿਹਦੇ ਵਿੱਚ ਜਿਹਨੂੰ ਸੁਮੇਰ ਪਰਬਤ ਕਹਿੰਦੇ, ਉਹ ਵਿੰਧਿਆਚਲ ਦਾ ਹਿੱਸਾ ਹੈ। ਜਦ ਕਹਿੰਦੇ ਦੇਵਤਿਆਂ ਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਰਿੜਕਿਆ ਸੀ ਨਾ, ਉਹ ਰਿੜਕਣ ਵਾਲੀ ਮਧਾਣੀ ਸੀ ਸੁਮੇਰ ਪਰਬਤ। ਗੁਰੂ ਨਾਨਕ ਸਾਹਿਬ ਮਹਾਰਾਜ ਸਮੁੰਦਰ ਨੇ ਤੇ ਭਾਈ ਬਾਲਾ ਜੀ ਕਹਿੰਦੇ ਸੁਮੇਰ ਪਰਬਤ ਨੇ। ਦੇਖੋ ਕਿੰਨੀ ਸੋਹਣੀ ਕਥਾ ਦੀ ਆਰੰਭਤਾ ਕਰਦੇ, ਕਿਉਂਕਿ ਇਹ ਜਿਹੜੀ ਕਥਾ ਹੁਣ ਆਰੰਭ ਹੋਣੀ ਹੈ ਨਾ, ਇਹ ਬੜੀ ਅਲੌਕਿਕ ਹੈ, ਬੜੀ ਅਚਰਜ ਹੈ। ਇਸ ਕਰਕੇ ਉਹ ਦੱਸ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਇੱਕ ਸਮੁੰਦਰ ਹੈ। ਸਮੁੰਦਰ ਵਿਸ਼ਾਲ ਹੁੰਦੇ ਆ, ਉਹਨਾਂ ਦੀ ਮਿਣਤੀ ਨਹੀਂ ਕੀਤੀ ਜਾ ਸਕਦੀ ਸਾਗਰਾਂ ਦੇ ਸਮੁੰਦਰਾਂ ਦੀ। ਕਹਿੰਦੇ ਗੁਰੂ ਸਾਹਿਬ ਦੀ ਮਹਿਮਾ ਸਮੁੰਦਰ ਦੀ ਨਿਆਈ ਹੈ। ਪ੍ਰੇਮ ਸ਼ੀਸ਼ ਨੀਤੀ ਭਈ ਕੀਨੋ ਮਥਨ ਅਨੂਪ। ਪ੍ਰੇਮ ਰੂਪੀ ਸ਼ੇਸ਼ ਨੀਤੀ ਭਈ, ਸ਼ੇਸ਼ਨਾਗ ਵਰਗੇ ਕਹਿੰਦੇ ਸੀ ਨਾ ਵੀ ਜਦੋਂ ਸੁਮੇਰ ਪਰਬਤ ਨੂੰ ਮਧਾਣੀ ਬਣਾਈ ਹੈ, ਗੁਰੂ ਸਾਹਿਬ ਨੇ ਬਾਣੀ 'ਚ ਵੀ ਜ਼ਿਕਰ ਕੀਤਾ ਹੈ। ਉਹ ਰੱਸੀਆਂ ਕਿੱਥੋਂ ਲੈ ਕੇ ਆਏ? ਕਹਿੰਦੇ ਸ਼ੇਸ਼ਨਾਗ ਲਪੇਟ ਲਿਆ, ਬਸ ਫੜ ਕੇ ਦੇਵਤੇ ਇੱਕ ਪਾਸੇ ਖਿੱਚਦੇ, ਦੂਜੇ ਪਾਸੇ ਰਾਖਸ਼ ਖਿੱਚਦੇ ਆ। ਜਿਉਂ ਸਮੁੰਦਰ ਮਥਨ ਕਰਦੇ ਰਹੇ 14 ਰਤਨ ਨਿਕਾਲੇ ਉਹਨਾਂ। ਬਾਣੀ ਲਿਖ ਰਹੀ ਹੈ ਕਹਿੰਦੇ 14 ਰਤਨ ਨਿਕਲੇ ਸੀ ਸਮੁੰਦਰ ਦੇ। ਇੱਥੇ ਕਹਿੰਦੇ ਪ੍ਰੇਮ ਦਾ ਸ਼ੇਸ਼ਨਾਗ ਲਪੇਟਿਆ ਤੇ ਗੁਰਬਾਣੀ, ਸਤਿਗੁਰਾਂ ਦਾ ਗਿਆਨ, ਗੁਰ ਇਤਿਹਾਸ ਤੇ ਗੁਰੂ ਦੀ ਮਹਿਮਾ, ਗੁਰੂ ਦੀ ਜੀਵਨੀ ਦਾ ਇਹ ਸਮੁੰਦਰ ਰਿੜਕਿਆ ਗਿਆ। ਮਧਾਣੀ ਕੌਣ ਹੈ? ਭਾਈ ਬਾਲਾ ਜੀ ਮੱਥ ਰਹੇ ਨੇ। ਤੇ ਨੇਤਰਾ ਕਿਹਨੂੰ ਕਹਿੰਦੇ ਆ? ਨੇਤਰਾ ਪਾਏ ਦੁਹਾਵਾ। ਅੱਗੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਬੀਬੀਆਂ ਰਿੜਕਦੀਆਂ ਸੀ ਨਾ, ਲੱਕੜ ਦੀਆਂ ਕੀਟੀਆਂ ਹੱਥ ਵਿੱਚ ਹੋਣੀਆਂ ਸਿੱਕਾਂ, ਤੇ ਜਿਹੜੀ ਰੱਸੀ ਹੁੰਦੀ ਸੀ ਨਾ ਪਾਈ ਹੋਈ, ਉਹਨੂੰ ਕਿਹਾ ਜਾਂਦਾ ਸੀ ਨੇਤਰਾ। ਗੁਰੂ ਨਾਨਕ ਸਾਹਿਬ ਜੀ ਦੀ ਇਸ ਮਹਿਮਾ ਨੂੰ ਮੱਥ ਰਹੇ ਨੇ ਭਾਈ ਬਾਲਾ ਜੀ। ਕਹਿੰਦੇ ਪ੍ਰੇਮ ਦਾ ਨੇਤਰਾ ਪਾ ਕੇ, ਇਤਿਹਾਸ ਆ ਨਾ, ਗੁਰ ਇਤਿਹਾਸ ਇਹ ਪ੍ਰੇਮ ਦੀ ਖੇਡ ਹੈ। ਇਸ ਇਤਿਹਾਸ ਨੂੰ ਸੁਣ ਕੇ ਅੰਦਰੋਂ ਪ੍ਰੇਮ ਪੈਦਾ ਹੁੰਦਾ ਹੈ, ਪਿਆਰ ਪੈਦਾ ਹੁੰਦਾ ਹੈ। ਸੱਚੀ ਚਿੱਤ ਕਰਦਾ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਈਏ। ਇਤਿਹਾਸ ਸੁਣ ਕੇ ਬਣਿਆ ਹੋਇਆ ਸਿੱਖ ਕਦੇ ਡੋਲਦਾ ਨਹੀਂ। ਇੰਨੀ ਭਾਵਨਾ ਸਤਿਗੁਰਾਂ ਲਈ ਪ੍ਰਗਟ ਹੁੰਦੀ ਹੈ। ਸਵਾਦ ਸੰਗਰਾਂਦ ਦਾ ਦਿਹਾੜਾ ਹੈ। ਕਵੀ ਜੀ ਅਗਲੇ ਪ੍ਰਸੰਗਾਂ ਦੀ ਆਰੰਭਤਾ ਕਰ ਰਹੇ ਆ। ਇਹ ਜਿੰਨੇ ਵੀ ਪ੍ਰਸੰਗ ਆਉਣਗੇ ਜੀ, ਹੁਣ ਅੱਗੇ ਸਾਰੇ ਉਦਾਸੀਆਂ ਸ਼ੁਰੂ ਹੋ ਜਾਣਗੀਆਂ। ਗੁਰੂ ਸਾਹਿਬ ਨਿਕਲਣ ਲੱਗੇ ਆ ਦੁਨੀਆ ਦੇ ਉਧਾਰ ਵਾਸਤੇ, ਕਿਉਂਕਿ ਘਰ ਪਰਿਵਾਰ ਵਿਆਹ ਦੀ ਸਾਰੀ ਕਥਾ ਤੁਸੀਂ ਬੜੇ ਵਿਸਥਾਰ ਸਹਿਤ ਇੱਕ ਪਲ ਰਹਿ ਕੇ ਆਨੰਦ ਨਾਲ ਮਾਣੀ ਹੈ। ਮਨ ਕਿਰਪਾ ਕਰਦੇ ਰਹਿਣ, ਇਸ ਕਥਾ ਦਾ ਆਨੰਦ ਇਸੇ ਤਰ੍ਹਾਂ ਆਪਾਂ ਮਾਣਦੇ ਰਹੀਏ, ਕਿਉਂਕਿ ਇਹ ਕਥਾ ਬੜੀ ਅਨਮੋਲੀ ਹੈ, ਬੇਸ਼ਕੀਮਤੀ। ਜੀਵਨ ਲੰਘ ਗਏ ਲੋਕਾਂ ਦੇ, ਪਰ ਕਿਸੇ ਨੇ ਗੁਰੂ ਨਾਨਕ ਸਾਹਿਬ ਦੀ ਸੰਪੂਰਨ ਕਥਾ ਨਾ ਸੁਣੀ। ਉਹ ਵਿਰਲੇ ਨੇ ਜਿਨ੍ਹਾਂ ਨੇ ਇੱਕ ਵਾਰ ਸੁਣੀ, 2 ਵਾਰ ਸੁਣੀ, 3 ਵਾਰ ਸੁਣੀ। ਬੜੀਆਂ ਸੰਗਤਾਂ ਇੱਥੇ ਉਹ ਵੀ ਬੈਠੀਆਂ ਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਇਸ ਕਥਾ ਨੂੰ ਸੁਣ ਰਹੇ ਹਨ, ਪਰ ਉਹ ਕਹਿੰਦੇ ਜਦ ਸੁਣਦੇ ਆ ਇਹਦਾ ਆਨੰਦ ਹੀ ਵੱਖਰਾ ਹੈ, ਨਿਤ ਨਵੀਂ ਹੈ। ਇਸੇ ਕਰਕੇ ਭਾਈ ਸਾਹਿਬ ਕਹਿੰਦੇ, ਕਵੀ ਸੰਤੋਖ ਸਿੰਘ ਕਹਿੰਦੇ ਗੁਰੂ ਦੀ ਕਥਾ ਪ੍ਰੇਮ ਵਾਲੀ ਹੈ, ਹਮੇਸ਼ਾ ਪ੍ਰੇਮ ਦੀ ਉਤਪਤੀ ਕਰਦੀ ਹੈ। ਸੋ ਆਓ ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਸੰਗਰਾਂਦ ਇੱਕ ਮਹਾਨ ਪੁਰਬ ਹੈ। ਇਹਦਾ ਵਿਸਥਾਰ ਆਪਾਂ ਕਈ ਵਾਰ ਕੀਤਾ। ਪਿਛਲੇ 13-14 ਸਾਲਾਂ ਤੋਂ ਸੰਗਰਾਂਦ ਦੀ ਕਥਾ ਵਿੱਚ ਬੜੀ ਵਾਰ ਵਿਸਥਾਰ ਹੋਇਆ। ਸੋ ਆਓ ਕੇਵਲ ਅਖਰੀ ਅਰਥ ਇਸ ਮਹੀਨੇ ਦੇ ਸਤਿਗੁਰ ਸੱਚੇ ਪਾਤਸ਼ਾਹ ਕੀ ਉਪਦੇਸ਼ ਬਖਸ਼ਦੇ ਆ। ਆਓ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾੜ ਤਪੰਦਾ ਤਿਸ ਲੱਗੈ,
ਹਰ ਨਾਹੂ ਨ ਜਿੰਨਾ ਪਾਸ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਪਾਵਨ ਗਾਥਾ ਨੂੰ ਉਚਾਰਦੇ ਨੇ ਹਾੜ ਦੇ ਮਹੀਨੇ। ਗੁਰਬਾਣੀ ਨੇ ਹਾੜ ਨੂੰ ਅਸਾੜ ਲਿਖਿਆ। ਇਹ ਜਿਹੜੇ ਮਹੀਨੇ ਆ ਨਾ ਜੀ, ਭਾਰਤ ਵਰਸ਼ ਦੀ ਗੰਗਾਵਲੀ ਤਰਫ ਇੱਕ ਗਰਮੀ, ਅੱਤ ਗਰਮੀ ਦੇ ਮਹੀਨੇ ਆ, ਜੇਠ ਹਾੜ, ਆਉਣ ਵਾਲਾ ਸਾਉਣ, ਵਿੱਚ ਵਿਚਾਲੇ ਜੋ ਤੱਕ ਦੇ ਬਾਰਿਸ਼ਾਂ। ਗੁਰੂ ਸਾਹਿਬ ਕਹਿੰਦੇ ਹਾੜ ਦਾ ਮਹੀਨਾ ਤਪਦਾ ਹੈ, ਤਪਸ਼ ਵਾਲਾ ਏ। ਜਿੱਥੇ ਭਾਦੋ ਦਾ ਮਹੀਨਾ ਤਪਦਾ, ਉੱਥੇ ਹਾੜ ਦਾ ਮਹੀਨਾ ਵੀ ਬੜਾ ਸੇਕ ਵਾਲਾ ਹੈ। ਗੁਰਬਾਣੀ ਨੇ ਹਾੜ ਨੂੰ ਅਸਾੜ ਲਿਖਿਆ ਹੈ। ਸਤਿਗੁਰ ਸੂਖਸ਼ਮ ਲਿਖਦੇ ਆ, ਆਸਾੜ ਤਪੰਦਾ, ਤਪਦਾ ਹੈ ਅਸਾੜ, ਤਿਸ ਲੱਗੈ। ਕਹਿੰਦੇ ਉਹਨਾਂ ਨੂੰ ਲੱਗਦਾ ਹੈ, ਇਹ ਨਹੀਂ ਵੀ ਜਿਹੜਾ ਸਵੇਰੇ ਉੱਠ ਕੇ ਪਾਠ ਨਹੀਂ ਕਰਦਾ ਉਹਨੂੰ ਗਰਮੀ ਲੱਗਦੀ। ਭਾਈ ਉਹ ਤੇਜ਼ੀ ਲਾਈ ਬੈਠਾ, ਬਾਹਰ ਦੀਆਂ ਗੱਲਾਂ ਨਹੀਂ ਨੇ, ਅੰਦਰ ਦੀਆਂ ਹਿਰਦੇ ਦੀਆਂ ਗੱਲਾਂ ਨੇ। ਕਹਿੰਦੇ ਆਸਾੜ ਤਪੰਦਾ ਤਿਸ ਲੱਗੈ, ਉਹਨਾਂ ਨੂੰ ਹਾੜ ਦਾ ਮਹੀਨਾ ਤਪਦਾ ਲੱਗਦਾ ਹੈ ਮਾਨਸਿਕ ਤੌਰ ਤੇ, ਹਿਰਦੇ ਤੋਂ। ਹਰ ਨਾਮੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਪ੍ਰੇਮ ਨਹੀਂ, ਪਿਆਰ ਨਹੀਂ ਹੈ, ਜੋ ਰੱਬ ਨੂੰ ਕਦੇ ਜਪਦੇ ਨਹੀਂ, ਜਿਨ੍ਹਾਂ ਅੰਦਰ ਭੈ ਪਰਮਾਤਮਾ ਦਾ ਨਹੀਂ, ਮਰਦ ਕਹਿੰਦੇ ਅੰਦਰੋਂ ਤਪਸ਼ ਦੇ ਨਾਲ ਸੜ ਰਹੇ ਹੁੰਦੇ। ਬਾਹਰ ਦੀ ਗਰਮੀ ਸਤਾਉਂਦੀ ਹੈ, ਕਿਉਂਕਿ ਆ ਹਾੜ ਦਾ ਮਹੀਨਾ ਹੈ, ਇਹ ਸਫੋਕੇਸ਼ਨ ਦਾ ਮਹੀਨਾ ਹੈ, ਇਹ ਹੁਮਸ ਹੋਣੀ ਸ਼ੁਰੂ ਹੋ ਜਾਂਦੀ। ਗਰਮੀ ਬਰਦਾਸ਼ਤ ਕਰ ਸਕਦਾ ਬੰਦਾ, ਹੁਮਸ ਬਰਦਾਸ਼ਤ ਨਹੀਂ ਹੁੰਦੀ। ਕਹਿੰਦੇ ਇਸ ਮਨ ਦੇ ਵਿੱਚ ਵਿਕਾਰਾਂ ਦੀ ਤਪਸ਼ ਹੈ ਤੇ ਹੋਰ ਔਗਣਾਂ ਦੀ ਹੁਮਸ ਹੋ ਰਹੀ ਹੈ। ਹਰ ਨਾਮ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਨਹੀਂ ਹੈ, ਹਰੀ ਦੇ ਨਾਮ ਦਾ ਪ੍ਰੇਮ ਜਿਨ੍ਹਾਂ ਦੇ ਕੋਲ ਨਹੀਂ, ਉਹ ਹਾੜ ਦੇ ਮਹੀਨੇ ਵਿੱਚ ਤਪਦੇ ਰਹਿੰਦੇ ਨੇ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਦਿਆਸ। ਮਨ ਕਰਕੇ ਮਨੁੱਖ ਦੁਖੀ ਕਿਉਂ ਨੇ? ਜਗ ਜੀਵਨ ਪੁਰਖ ਤਿਆਗ ਕੈ, ਜਗਤ ਨੂੰ ਜੀਵਨ ਦੇਣ ਵਾਲਾ ਪੁਰਖ ਅਕਾਲ ਪੁਰਖ ਛੱਡ ਕੇ ਮਾਨਸ ਸੰਦਿਆਸ। ਮਾਨਸ ਨਾਲ ਹੈ ਮਨੁੱਖਾਂ ਦੀ ਸੰਧੀ ਕਹੀਏ, ਨਾਲ ਆਸ ਲਾਈ ਹੋਈ। ਮਨੁੱਖਾਂ ਤੋਂ ਆਸ ਰੱਖੀ ਹੈ, ਫਲਾਣਾ ਬੰਦਾ ਮੈਨੂੰ ਉਤਾਰ ਦੂਗਾ, ਫਲਾਣਾ ਮੇਰੇ ਤੇ ਕਿਰਪਾ ਕਰ ਦੂਗਾ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਪਰਮਾਤਮਾ ਤੋਂ ਬਿਨਾਂ ਕੋਈ ਮਨੁੱਖ ਕਿਸੇ ਦਾ ਭਲਾ ਨਹੀਂ ਕਰ ਸਕਦਾ। ਕੋ ਸਤਿਨਾਮ। ਬੰਦਿਆਂ ਦੀ ਆਸ ਲਾਏਗਾ, ਡੁੱਬੇਗਾ, ਡੁੱਬ ਜਾਏਗਾ। डूबोगे रे बाप रे बहु लोगन की कान, पारोसी के जो हुआ तू अपने पीछा। ਸਾਹਿਬ ਕਹਿੰਦੇ ਡੁੱਬ ਜਾਏਗਾ ਬੰਦਿਆਂ ਤੇ ਆਸਾ ਰੱਖਣ ਵਾਲਿਆ। ਆਸ ਰੱਖਿਓ ਉਸ ਪਰਮਾਤਮਾ ਤੇ, ਜਿਹਦੇ ਆਸ ਰੱਖਿਆ ਵਿਕਾਰ ਮੁੱਕ ਜਾਂਦੇ ਨੇ। ਮਾਨਸ ਤੇ ਬੰਦਿਆਂ ਤੇ ਆਸ ਰੱਖੇਗਾ, ਦੁਖੀ ਹੋਏਗਾ। ਮਾਨੋ ਕੀ ਟੇਕ ਫਿਰਤੀ ਸਭ ਜਾਨ, ਦੇਵਨ ਤਾਓ ਇੰਨੇ ਪਰ। ਮਨੁੱਖ ਦੀ ਆਸ ਤੇ ਸਦਾ ਬਿਰਤੀ ਹੈ, ਮਨੁੱਖ ਦੀ ਆਸ ਸਦਾ ਦੁਖਦਾਈ ਹੈ। ਬੰਦਿਆਂ ਤੇ ਆਸਾਂ ਲਾ ਕੇ ਵੇਖੋ ਮਿਲਦਾ ਕੀ ਹੈ? ਨਮੋਸ਼ੀ ਮਿਲਦੀ ਹੈ, ਦੁੱਖ ਮਿਲਦੇ ਆ, ਧੱਕੇ ਮਿਲਦੇ ਆ, ਠੋਕਰਾਂ ਮਿਲਦੀਆਂ ਨੇ, ਬੇਚੈਨੀ ਮਿਲਦੀ ਹੈ। ਮਰਦ ਕਹਿੰਦੇ ਮਾਨਸ ਦੀ ਆਸ ਛੱਡ ਕੇ ਰੱਬ ਦੀ ਆਸ ਰੱਖ ਲੈ। ਦੋਏ ਭਾਏ ਬੇਗੁੱਚੀਐ, ਗਲ ਪਈ ਸੁਜਮ ਕੀ ਫਾਸ। ਇਹ ਮਨੁੱਖ ਦੋਏ ਭਾਏ ਵਿਗੂਚੀ ਹੈ, ਦੋਏ ਕਹੀਏ ਦੂਜਿਆਂ ਦੇ ਭਾਏ ਪਿਆਰ ਵਿੱਚ ਵਿਗੂਚੀ ਹੈ। ਖੱਜਲ ਹੋਇਆ ਫਿਰਦਾ, ਖਵਾਰ ਹੋਇਆ ਫਿਰਦਾ। ਇੱਥੇ ਤੇ ਖਵਾਰੀ ਸੀ, ਗਲ ਪਈ ਅਸ ਜਮ ਕੀ ਫਾਸ। ਸਤਿਗੁਰ ਕਹਿੰਦੇ ਦਰਗਾਹ ਦੇ ਵਿੱਚ ਜਮਾਂ ਦੀਆਂ ਫਾਈਆਂ ਪੈਣਗੀਆਂ, ਇੱਥੇ ਜਿਉਂਦਾ ਜੀ ਫਾਈਆਂ 'ਚ ਤੁਰਿਆ ਫਿਰਦਾ ਹੈ। ਕਿਉਂਕਿ ਬੰਦਿਆਂ ਤੇ ਆਸ ਰੱਖੀ, ਦੂਜਿਆਂ ਨਾਲ ਪਿਆਰ ਰੱਖਿਆ, ਪਹਿਲੇ ਨਾਲ ਪਿਆਰ ਨਹੀਂ ਰੱਖਿਆ। ਪਹਿਲਾ ਕੌਣ ਸੀ? ਅਕਾਲ ਪੁਰਖ ਜੋ ਸਦਾ ਇੱਕ ਹੈ। ਦੂਜਾ ਕੌਣ ਹੈ? ਤੇਰੇ ਮੇਰੇ ਵਰਗੇ ਸੰਸਾਰ ਤੇ ਜਿਹੜਾ ਮਰਜ਼ੀ ਤੁਰਿਆ ਫਿਰਦਾ ਹੈ। ਦੁਨੀਆ ਦੇ ਧਰਮਾਂ ਨੇ ਬੰਦਿਆਂ ਦੀ ਪੂਜਾ ਸਿਖਾਈ। ਕਿਸੇ ਧਰਮ ਦੀ ਸਟੱਡੀ ਕਰਕੇ ਵੇਖੋ, ਪੜ੍ਹ ਕੇ ਵੇਖੋ। ਹਰ ਧਰਮ ਕਹਿੰਦਾ ਬੰਦਾ ਰੱਬ ਹੈ, ਰੱਬ ਨੂੰ ਬੰਦੇ ਨੇ ਪਾਇਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਪਰਮਾਤਮਾ ਇੱਕ ਹੈ, ਬੇਅੰਤ ਹੈ, ਵੱਡਾ ਹੈ। ਇੱਥੇ ਵਿਅਕਤੀ ਵਿਸ਼ੇਸ਼ ਨੂੰ ਕੋਈ ਥਾਂ ਨਹੀਂ। ਇੱਥੇ ਨਾਮ ਜਪਣ ਵਾਲੇ ਸਭ ਇੱਕ ਬਰਾਬਰ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰੂ ਨੇ ਤੇ ਕੋਈ ਵੱਖਰਾ ਨਹੀਂ ਰੱਖਿਆ ਵੀ ਗੁਰੂ ਵੱਡਾ ਹੋ ਗਿਆ ਤੇ ਸਿੱਖ ਛੋਟਾ ਹੋ ਗਿਆ ਜੀ, ਗੁਰੂ ਸਾਹਿਬ ਦੇ ਚਾਚੇ ਤਾਏ ਵੱਡੇ ਛੋਟੇ ਹੋ ਗਏ। ਨਹੀਂ, ਮਰਦ ਕਹਿੰਦੇ ਇੱਕੋ ਜਿਹਾ ਹੀ ਪਿਆਰ ਹੈ। ਚਾਹੇ ਉਹ 17 ਸਾਲਾਂ ਦਾ ਸਿੱਖ ਬਣ ਜੇ, ਭਾਵੇਂ 7 ਸਾਲਾਂ ਦਾ ਬਣ ਜੇ, ਇੱਕੋ ਜਿਹਾ ਪਿਆਰ ਹੋਏਗਾ। ਕਿਉਂਕਿ ਜਿਨ੍ਹਾਂ ਨੇ ਉਹਦਾ ਪਿਆਰ ਛੱਡਿਆ ਨਾ, ਗਲ ਪਈ ਅਸ ਜਮ ਕੀ ਫਾਸ, ਜਮਾਂ ਦੀਆਂ ਫਾਈਆਂ ਪੈ ਗਈਆਂ। ਦੂਜਾ ਭਾਈ ਵਿਗੂਚੀ ਹੈ। ਵਿਗੂਚਣਾ ਹੁੰਦਾ ਖੱਜਲ ਹੋਣਾ, ਦੁਖੀ ਹੋਣਾ। ਆ ਬੰਦਿਆਂ ਦੀ ਪੂਜਾ ਕਰਨ ਵਾਲੇ ਜਿਨ੍ਹਾਂ ਦੇ ਗੁਰੂ ਜੇਲ੍ਹਾਂ 'ਚ ਬੈਠੇ ਆ, ਇਹਨੇ ਵੀ ਸੁਖੀ ਜਿਉਂਦੇ ਦੀ ਕਲਪਦੇ ਫਿਰਦੇ ਆ।
फिर मरिया तो जमा दियां खांजां पैणियां। सतगुर कहते जदों तैनूं पता है अकाल पुरख एक है, वो तो बिना दूजा है ही कोई नहीं। एको है भाई, एको है साहिब मेरा, एको है। जे ये गल जानदा ते फिर मनदा नहीं। जिन्ना जिन्ना ने आस रखी वो दुखी होए ने, पर जिन्ना ने आस एक निरंकार ते रखी इत्थे उथे सुखी हन। जेह बीजै सो लुणै, मथे जो लिखियास। गुरु साहब कहते जेहा बीजै सो लुणै, बंदिया जो जो बीजेगा ओहो लुणै वड लएगा। मथे जो लिखियास, वडेगा की जो तेरे मथे ते लिखे है। एक लेख परमात्मा ने लिखे आ, भुगतने पैने आ, ते एक बंदा आप बीज दे। झूठ बोलना रब ने नहीं सिखाया, असी आप बोले। ठगी मारनी रब ने नहीं सिखाई, बंदे ने आप ठगी मारी। धोखा करना, किसी का दिल दिखाना रब ने थोड़ा सिखाया है। ये साडा कीता होया किरत कर्म है। मर्द कहते जेहो दा बीजेगा हो जा वडेगा। तू किसी का बुरा सोच के वेख, तेरा सुपने विच भी कदे भला नहीं होना। सतनाम। बुरा सोचने वाला कदे रात को सो सकता है, सुखी हो सकता है? कदे भी नहीं। मर्द कहते जेहा बीजै सो लुणै, कर्मा संगड़ा खेत। तेरे कर्मां दा खेत है। खेत शरीर जो बीजी है, अंत खुलवा आए। कहते इस शरीर खेत विच जो बीजेगा तेनू वही पकड़ना पैना है। मत्थै जो लिखियास, कहते रब दियां लिखियां मत्थे ते कोई मेट सकदा नहीं। नैन विहाणी पछताणी, उठ चली गई नरास। जीव रूपे स्त्री रैन विहाणी पछताणी, कहते जिंदगी रूपी रात इन्हें विहाई लंघ गई। हुण पिछे की रह गया पछताणी, उठ चली गई निराश। कहते उठ के जो सवेरा होया ना मौत दा, निराश होके बंदा गया। जो कुछ इत्थे कीता सी सब दुखां पड़े। फिर धर्मराज पूछता है क्या तै खटिया, कहां गवाया? चलो दीवान शैतान बनाया। जामदूत फड़ के कहते चल ओए की खटिया, सारी जिंदगी की गवाया? कहता जी मैं बच्चियां लई आ कीता ओ कीता। कहते नहीं ये ते गल्लां इत्थे रह गई, उत्थे नहीं की कीता। अपने लिए की बीजिया सी, नाम नहीं बीजिया, सेवा नहीं बीजी, सिमरन नहीं बीजिया, परोपकार नहीं बीजिया, दुनिया के पदार्थ इकट्ठे कीते। मर्द कहते जिद्दण रात जिंदगी दी खत्म होई ना, सुपना टुटिया, सब छड्ड के शरीर छड्ड के पछताउंदा चलिया है। रैन विहाणी पछताणी, उठ चली गई निराश। जदों कोई निराश होके जांदा है कितना रोंदा है, कितना दुखी होंदा है। मनुख ने सारी जिंदगी हाथ पल्ले मारे। बचपन च नहीं बह के वेख्या, जवानी च बह के नहीं वेख्या, बुढ़ापे च बह के नहीं वेख्या। मैं कमाना, मैं कमाना, कमाया भी कमाया सारी जिंदगी, पर बह के खाना नसीब नहीं होया। तो सतनाम। जेड़ी जवानी विच मौजां करनियां सी नाम जप के छक छड़ा के, ओ ते गधिया वांगू टोकी। जद हुण बुढ़ापा आया, कहंदा जी मैं मिठा खाना, डॉक्टर कहंदा खा नहीं सकदा, शुगर है। लूण खाना, कहंदा बीपी है। तलियां चीज़ां ना खा, कोलेस्ट्रॉल है। की करेगा? किहड़े पासे जाएगा? कन्ना तो सुनदी होना, अखां तो वेख नहीं होना, जीव स्वाद छड़ जाएगी, लत्तां पैरां तो तुर नहीं होना। करेगा की? मर्द के निराश होएगा, जिउंदा जी भी ते मर के भी। उठ चली गई निराश। कहते बड़ियां रूहां बड़ियां जिंदां इस धरती तो दुखी गईयां ने। जिनको साधु भेटिए, सो दरगह होई खलास। जगियासु ने बेनती की थी गुरु अर्जन देव महाराज सुखी कौन है? सतगुर कहते जिन तो साधु भेटी है, से दरगह होए खलास। कहते जिन्ना जिन्ना नु साधु सस्से कन्ना धत्ते दलैकड़ लगी है। इहदा अर्थ है गुरु। कहते जिन्ना नु पूरा सतगुरु मिलिया, मर्द कहते वो सुखी हो गए। उन्हां दे मत्थे ते शुभ कर्म लिखे हुए आ, हसदे खेडदे गए ने। गुरु वाला कदे दुखी हो के जांदा? ਉਹ ਤੇ ਜਵਾਨੀ ਚ ਵੀ ਕਹਿੰਦੇ ਆ, ਕਹਿੰਦੇ ਰੱਬਾ ਮੌਤ ਜਦ ਮਰਜ਼ੀ ਆ ਜੇ, ਦੇਣਦਾਰ ਵੀ ਕਿਸੇ ਦੇ। ਅਸੀਂ ਤੇ ਸਾਹਾਂ ਦੇ ਦੇਣਦਾਰ, ਕਰਮਾਂ ਦੇ ਦੇਣਦਾਰ, ਲੋਕਾਂ ਦੇ ਵੀ ਦੇਣਦਾਰ, ਰੱਬ ਦੇ ਤੇ ਹੈ ਹੀ ਹੈ। ਪਰ ਜਿਨ੍ਹਾਂ ਨੇ ਨਾਮ ਜਪਿਆ, ਸਤਿਗੁਰ ਕਹਿੰਦੇ ਜਿਨ ਤੋਂ ਸਾਧੂ ਭੇਟੀ ਹੈ, ਦਰਗਹਿ ਹੋਏ ਖਲਾਸ। ਖਲਾਸ ਨਾਮ ਹੈ, ਕਹਿੰਦੇ ਖੁੱਲੇ ਜਾਂਦੇ ਆ, लाल चेहरा लेके जाते हैं, सुरखरू होके जाते हैं, धर्मराज की दरगाह में जाके बैठते हैं। कहते रे रे दरगह कह ना को आओ बैठ आदर्श हो।
ਉੱਥੇ ਕੋਈ ਕੋਏ ਕਹਿਣ ਵਾਲਾ ਨਹੀਂ, ਕੋਈ ਜੰਮ ਫਾਹੀ ਪਾਉਣ ਵਾਲਾ ਨਹੀਂ, ਜੰਮ ਤੇ ਉਸ ਰਾਹ ਤੇ ਵੀ ਨਹੀਂ ਆਉਂਦੇ। ਕਹਿੰਦੇ ਜਿਨ੍ਹਾਂ ਨੂੰ ਰੱਬ ਨੇ ਖਲਾਸ ਛੱਡਿਆ ਜਾਣਾ, ਲੇਖਾ ਪਾੜਿਆ ਜਾਣਾ। ਕਿਹਨਾਂ ਦੇ ਪਾਟੇ ਲੇਖੇ? ਜਿਹਨੂੰ ਤਾਂ ਸਾਨੂੰ ਭੇਟੀ ਹੈ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਭੇਟੀ ਹੈ, ਪ੍ਰਾਪਤ ਹੋਇਆ ਏ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਤੇਰੇ ਦਰਸ਼ਨਾਂ ਦੇ ਅੰਦਰ ਪਿਆਸ ਲੱਗੇ। ਜਿੱਦਣ ਪਿਆਸ ਲੱਗੀ ਗੱਲ ਉਦੋਂ ਬਣਦੀ ਹੈ ਦਰਸ ਤੇਰੇ ਕੀ ਪਿਆਸ ਮਨ ਲੱਗੀ। ਪਿਆਸ ਤੋਂ ਬਿਨਾ ਪਾਣੀ ਪੀ ਕੇ ਵੇਖੋ ਕਿਡਨੀ ਦੇ ਰੋਗ ਲੱਗ ਜਾਣਗੇ। ਮੈਡੀਕਲ ਸਾਇੰਸ ਨੇ ਬੜਾ ਸੋਹਣਾ ਤਰੀਕਾ ਅਪਣਾਇਆ, ਲੋਕਾਂ ਦੇ ਹੱਥਾਂ 'ਚ ਬੋਤਲਾਂ ਫੜਾਤੀਆਂ ਪਲਾਸਟਿਕ, ਬਿਨਾ ਪਿਆਸ ਤੋਂ ਪਾਣੀ ਪੀਓ, ਸਕਿਨ ਡੈਮੇਜ ਹੋ ਜੂਗੀ, ਹਾਰਟ ਤੱਕ ਲੈ ਕੇ ਲੀਵਰ ਤੱਕ, ਕਿਡਨੀਆਂ ਤੱਕ, ਕ੍ਰੀਟੀਨਾਈਨ ਅਪਸੈਟ ਹੋ ਜਾਣਗੇ। ਕਿਉਂ? ਬਿਨਾ ਪਿਆਸ ਤੋਂ ਪਾਣੀ ਪੀਓਗੇ, ਬਿਨਾ ਭੁੱਖ ਤੋਂ ਭੋਜਨ ਖਾਓਗੇ, ਮਰਨ ਦੇ ਕਿਨਾਰੇ ਜਾਓਗੇ। ਸਾਡੇ ਨਾਲੋਂ ਪਸ਼ੂ ਚੰਗੇ ਆ, ਪਿਆਸ ਲੱਗੀ ਪਾਣੀ ਪੀਂਦੇ ਆ, ਭੁੱਖ ਲੱਗੀ ਰੋਟੀ ਖਾਂਦੇ ਆ। ਮਰਦ ਕਹਿੰਦੇ ਕੱਲੇ ਦਰਸ਼ਨ ਕੁਝ ਨਹੀਂ ਕਰਨਗੇ, ਜਿੱਦਣ ਦਰਸ਼ਨਾਂ ਦੀ ਪਿਆਸ ਲੱਗੂਗਾ ਲੈ ਉਦੋਂ ਬਣਨੀ ਆਖੋ ਸਤਨਾਮ। ਤਾਂ ਹੀ ਲਿਖਿਆ ਨਾ ਦਰਸ਼ਨ ਤੇਰੇ ਕੀ ਪਿਆਸ ਮਨ ਲੱਗੀ। ਜਦੋਂ ਮਨ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਉਦੋਂ ਦਰਸ਼ਨ ਹੋਣੇ ਆ। ਦਰਸ਼ਨ ਤੇ ਪ੍ਰਿਥੀ ਚੰਦ ਵੀ ਕਰਦਾ ਰਿਹਾ, ਦਰਸ਼ਨ ਤੇ ਚੰਦੂ ਪਾਪੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਰਦਾ ਰਿਹਾ। ਉਹ ਮੁਕਤ ਕਿਉਂ ਨਹੀਂ ਹੋਏ? ਕਿਉਂਕਿ ਪਿਆਸ ਨਹੀਂ ਸੀ। ਬਿਨਾਂ ਪਿਆਸ ਤੋਂ ਪਾਣੀ ਪੀ ਕੇ ਵੇਖੋ ਬੇਚੈਨ ਰਹੋਗੇ, ਚਿੰਤਤ ਰਹੋਗੇ, ਡਿਪਰੈਸ਼ਨ 'ਚ ਜਾਓਗੇ, ਟੈਨਸ਼ਨਾਂ 'ਚ ਰਹੋਗੇ, ਸਰੀਰ ਭਾਰੇ ਹੋ ਜਾਣਗੇ। ਕਿਉਂ? ਪਾਣੀ ਪੀ ਰਹੇ, ਓਵਰਲੋਡ ਹੋ ਗਏ। ਗੁਰੂ ਸਾਹਿਬ ਕਹਿੰਦੇ ਪਿਆਸ ਲੱਗੀ ਤੇ ਪਾਣੀ ਅੰਮ੍ਰਿਤ ਹੈ ਨਾ। ਇੱਕ ਬੰਦਾ ਥੱਕ ਕੇ ਟੁੱਟ ਕੇ ਪਾਣੀ ਮੰਗਦਾ ਹੈ, ਉਹਦਾ ਪੀਤਾ ਹੋਇਆ ਪਾਣੀ ਬਾਡੀ ਨੂੰ ਰਿਲੈਕਸ ਕਰਦਾ ਹੈ। ਤੁਸੀਂ ਥੱਕੇ ਹੋ, ਟੁੱਟੇ ਹੋ, ਗਰਮੀ 'ਚ ਭੱਜੇ ਆਏ ਹੋ, ਪਾਣੀ ਪੀਓ, ਜਾਨ ਪੈ ਜਾਂਦੀ ਅੰਦਰ ਸਰੀਰ ਵਿੱਚ। ਕਹਿੰਦੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਸੀ, ਜਦੋਂ ਗੁਰੂ ਦੇ ਦਰਸ਼ਨ ਹੋ ਗਏ ਕਹਿੰਦੇ ਫੇਰ ਆਨੰਦ ਬਚ ਗਿਆ, ਜੀਵਨ ਦਾ ਭਲਾ ਹੋ ਗਿਆ। ਰੱਬ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਐ ਰੱਬਾ ਮੇਰਿਆ ਮੇਰੀ ਅਰਦਾਸ ਤੇਰੇ ਚਰਨਾਂ ਵਿੱਚ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਮੈਂ ਗਲ ਪੱਲਾ ਪਾ ਕੇ ਬੇਨਤੀ ਕਰਦਾ ਸੱਜਣਾ ਮੇਰਾ ਤੇਰੇ ਵਾਂਝੋ ਕੋਈ ਨਹੀਂ। ਪਹਿਲਾਂ ਕੀ ਲਿਖਦੇ ਸੀ ਬੰਦ ਦੱਸ ਰਹੇ ਆ, ਕਹਿੰਦੇ ਦੁਨੀਆ ਦੀ ਹਾਲਤ ਦੋ ਹੈ, ਭਾਵੇਂ ਵੀ ਉੱਚੀ ਹੈ। ਦੁਨੀਆ ਦੂਜੇ ਦੀ ਆਸ 'ਚ ਤੁਰੀ ਫਿਰਦੀ ਹੈ, ਮਾਨਸ ਸੰਧੀ ਆਸ, ਬੰਦਿਆਂ ਦੀ ਆਸ ਲਾਈ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਨੂੰ ਆਸ ਸਿਰਫ ਤੇਰੀ ਹੈ, ਮੈਨੂੰ ਕਿਸੇ ਦੀ ਆਸ ਨਹੀਂ ਹੈ। ਮੇਰੀ ਅਰਦਾਸ ਤੇਰੇ ਚਰਨਾਂ ਵਿੱਚ ਹੈ ਰੱਬਾ ਮੇਰਿਆ, ਮੇਰਾ ਤੇਰੇ ਵਾਂਝੋ ਕੋਈ ਨਹੀਂ। ਆਸਾੜ ਸਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਸ਼ਬਦ ਦੀ ਸਮਾਪਤੀ ਕਰਦੇ ਸਤਿਗੁਰ ਕਿਰਪਾ ਕਰਦੇ ਨੇ। ਆਸਾੜ ਸੁਹੰਦਾ ਤਿਸ ਲੱਗੈ, ਕਹਿੰਦੇ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਸੁਹੰਦਾ ਲੱਗਦਾ ਹੈ। ਜਿਨ੍ਹਾਂ ਅੰਦਰ ਸ਼ਬਦ ਦਾ ਪ੍ਰਕਾਸ਼ ਹੈ, ਜਿਨ੍ਹਾਂ ਅੰਦਰ ਸ਼ਬਦ ਦੀ ਆਸ ਹੈ, ਜਿਨ੍ਹਾਂ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਤਪਦਾ ਨਹੀਂ ਲੱਗਦਾ, ਸੁਹੰਦਾ ਸ਼ੋਭਨੀਕ ਲੱਗਦਾ, ਚੰਗਾ ਲੱਗਦਾ। ਆ ਦੁਨੀਆ 'ਚ ਜਿਹਨੂੰ ਮਰਜ਼ੀ ਪੁੱਛ ਕੇ ਵੇਖੋ, ਕਦੇ ਹਾਏ ਹਾਏ ਗਰਮੀ ਆ ਗਈ, ਹਾਏ ਗਰਮੀ ਆ। ਕੱਲੀ ਗਰਮੀ 'ਚ ਨਹੀਂ ਮਰ ਗਏ, ਸਰਦੀ 'ਚ ਵੀ ਅਸੀਂ ਮਾਰੀ ਰਹੇ ਹਾਂ। ਅੱਤ ਦੀ ਠੰਡ ਪੈਂਦੀ ਹੈ, ਕਾਲਜਾ ਤਪਿਆ ਪਿਆ, ਹਾਏ ਹਾਏ ਉਹਨੇ ਏਦਾਂ ਕਿਉਂ ਕੀਤਾ, ਉਹਨੇ ਮੇਰੀ ਨਿੰਦਿਆ ਕਿਉਂ ਕਰਤੀ, ਉਹ ਸਾਡੇ ਬਾਰੇ ਕਿਉਂ ਬੋਲ ਗਿਆ। ਅੱਤ ਦੀ ਸਰਦੀ ਦੇ ਵਿੱਚ ਵੀ ਬੰਦਾ ਅੰਦਰੋਂ ਦੁਖੀ ਹੈ, ਤੜਫਿਆ, ਸੇਕਦਾ ਹੈ, ਤਪਸ਼ ਪਈ ਹੋਈ ਹੈ। ਪਰ ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਹੋਈ, ਉਹ ਤੱਤੀਆਂ ਤਵੀਆਂ ਤੇ ਬੈਠੇ ਵੀ ਨਿਰੰਕਾਰ ਰੂਪ ਹੋ ਕੇ ਠੰਡੇ ਸੀ। ਮਨ ਕਿਰਪਾ ਕਰ ਰਹੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਆ ਮਹੀਨਾ ਸ਼ੋਭਨੀਕ ਹੈ, ਸ਼ੋਭਾ ਦੇਣ ਵਾਲਾ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦੇ ਚਰਨਾਂ ਦੀ ਪਿਆਸ ਹੈ, ਗੁਰੂ ਦੀ ਆਸ ਹੈ, ਸਤਿਗੁਰ ਦੀ ਕਿਰਪਾ ਹੈ, ਕਹਿੰਦੇ ਆ ਮਹੀਨੇ 'ਚ ਉਹਨਾਂ ਸਦਾ ਆਨੰਦ ਮਾਣੇ, ਕਦੇ ਦੁਖੀ ਨਹੀਂ ਹੋਏ। ਉਹ ਕਹਿੰਦੇ ਅਸੀਂ ਕਰਮ ਚੰਗੇ ਕੀਤੇ ਨੇ ਤੇ ਸਾਨੂੰ ਮਾੜਾ ਕਿਹਨੇ ਵਖਾਉਣਾ। ਇੱਥੇ ਵੀ ਸੁਖੀ ਨੇ, ਉੱਥੇ ਵੀ ਸੁਖੀ ਨੇ। ਲੋਕ ਸੁਖੀਏ ਪਰ ਲੋਕ ਸੁਹੇਗੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਿਨ੍ਹਾਂ ਨੂੰ ਗੁਰੂ ਪਿਆਰੇ ਸੱਜਣ ਦੇ ਆਪਣੇ ਨਾਲ ਮਿਲਾਇਆ, ਉਹਨਾਂ ਦਾ ਇਹ ਹਾੜ ਦਾ ਮਹੀਨਾ ਸੁੱਖਾਂ ਭਰਿਆ ਬਤੀਤ ਹੋਣਾ ਤੇ ਹੁੰਦਾ ਰਿਹਾ। ਵਾਹਿਗੁਰੂ 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 ਵਾਹਿਗੁਰੂ।